ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਖੁੱਲ੍ਹੀ ਚਰਚਾ ਕੀਤੀ ਸੀ ਕੁਛ ਕੌਮੀ ਮੁੱਦਿਆਂ ਦੇ ਉੱਤੇ, ਅਤੇ ਅੱਜ ਵਿਚਾਰ ਤਾਂ ਸਾਡਾ ਸੀਗਾ ਵੀ ਕਿਤਾਬ ਜਿਹੜੀ ਆ ਵੀ ਨਵੀਂ ਸ਼ੁਰੂ ਕਰੀਏ ਜੀ। ਅਤੇ ਕਿਤਾਬ ਜਿਹੜੀ ਆ ਵੀ ਉਹ ਟਾਈਟਲ ਹੈ ਦਹਿਸ਼ਤਗਰਦ ਕੌਣ, ਸਿੱਖ ਕਿ ਸਰਕਾਰ। ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਰਿਟਾਇਰ ਹੋਏ ਜੀ ਚਿਰਾਂ ਸਮਾਂ ਪਹਿਲਾਂ, ਅਤੇ ਜਿਹੜੇ ਫਾਦਰ ਸਾਹਿਬ ਨੇ ਜਿਹੜਾ ਅੱਜ ਕੱਲ੍ਹ ਵਕੀਲ ਨੇ ਰਾਜਵਿੰਦਰ ਸਿੰਘ ਬੈਂਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੀ, ਜਿਨ੍ਹਾਂ ਨੇ ਬੜੇ ਹਾਈ ਪ੍ਰੋਫਾਈਲ ਕੇਸ ਜਿਹੜੇ ਨੇ ਕੁਛ ਵੀ ਉਹਨਾਂ ਦੇ ਵਿੱਚ ਕੌਮੀ ਇੰਟਰਸਟ ਦੀ ਜਾਂ ਕਹਿ ਲਓ ਵੀ ਮਨੁੱਖੀ ਅਧਿਕਾਰਾਂ ਦੀ ਪੈਰਵੀ ਬੜੇ ਚੰਗੇ ਤਰੀਕੇ ਨਾਲ ਕੀਤੀ ਆ। ਅਤੇ ਉਹਨਾਂ ਵੱਲੋਂ ਇਹ ਕਿਤਾਬ ਜਿਹੜੀ ਆ ਵੀ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਵੱਲੋਂ ਲਿਖੀ ਗਈ ਆ, ਅਤੇ ਉਹਨਾਂ ਦੀ ਜਿਹੜੀ ਇੱਕ ਕਹਿ ਲਓ ਵੀ ਕਿਰਦਾਰ ਅਤੇ ਸ਼ਖਸੀਅਤ ਦੀ ਜਿਹੜੇ ਉੱਚੇ ਪੱਧਰ ਦੇ ਉੱਤੇ ਉਹਨਾਂ ਨੇ ਆਪਣਾ ਜ਼ਿੰਦਗੀ ਜਿਹੜੀ ਆਪਣੀ ਆ ਵੀ ਉਹ ਜੀ ਆ ਜੀ, ਉਹਦੇ ਬਾਰੇ ਕਿਸੇ ਨੂੰ ਕੋਈ ਦੂਸਰੀਆਂ ਕਹਿ ਲਓ ਵੀ ਦੋ ਰਾਏ ਹੈ ਨਹੀਂ। ਅਤੇ ਉਹ ਉੱਦਾਂ ਭਾਵੇਂ ਕਾਮਰੇਡੀ ਖਿਆਲਾਂ ਦੇ ਸੀਗੇ ਅਜੀਤ ਸਿੰਘ ਬੈਂਸ ਹੋਣੀ, ਉਹ ਤੋਂ ਬਾਅਦ ਧਰਮ ਵਾਲੇ ਪਾਸੇ ਨੂੰ ਵੀ ਉਹਨਾਂ ਨੇ ਵੀ ਜਿਹੜਾ ਕਹਿ ਲਓ ਵੀ ਪੈਰ ਚੱਕਿਆ, ਪਰ ਮੁੱਖ ਜਿਹੜਾ ਉਹਨਾਂ ਦਾ ਟੀਚਾ ਅਤੇ ਰਾਜਵਿੰਦਰ ਸਿੰਘ ਬੈਂਸ ਦਾ ਵੀ ਟੀਚਾ ਜਿਹੜਾ ਵੀ ਉਹ ਇਹੀ ਸੀਗਾ ਵੀ ਜਿਹੜਾ ਗੁਰੂ ਪਾਤਸ਼ਾਹ ਨੇ ਸਰਬੱਤ ਦੇ ਭਲੇ ਦਾ ਦਿੱਤਾ, ਅਤੇ ਜਿਹਦੀ ਕਹਿ ਲਓ ਵੀ ਜਿਹੜਾ ਮੁੱਢਲਾ ਸਿਧਾਂਤ ਜਿਹਦੇ ਉੱਤੇ ਸਰਬੱਤ ਦੇ ਭਲੇ ਦਾ ਕੰਸੈਪਟ ਸੰਕਲਪ ਜਿਹੜਾ ਵੀ ਉਹ ਬੇਸਡ ਆ ਜੀ, ਵੀ ਮਨੁੱਖੀ ਅਧਿਕਾਰ, ਵੀ ਉਹਨਾਂ ਦੀ ਪੈਰਵੀ ਜਿਹੜੀ ਆ ਵੀ ਉਹ ਬਿਨਾਂ ਕੰਪਰੋਮਾਈਜ਼ ਦੇ ਵੀ ਇਹ ਪਿਓ ਪੁੱਤ ਨੇ ਵੀ ਬਹੁਤ ਚੰਗੇ ਢੰਗ ਨਾਲ ਕੀਤੀ ਆ। ਅਤੇ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਦੇ ਵਿੱਚੋਂ ਨੇ ਵੀ ਜਿਹੜੀਆਂ ਪ੍ਰਮੁੱਖ ਹਸਤੀਆਂ ਨੂੰ ਵੀ ਉਸ ਵੇਲੇ ਦਾ ਸਮਾਂ ਜਿਹੜਾ ਸੀਗਾ 80ਵੇਂ 90ਵਿਆਂ ਦਾ, ਵੀ ਉਹ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਪ੍ਰੋਮੀਨੈਂਸ ਵੀ ਸੀਗੀ ਪਰਸਨੈਲਿਟੀ ਦੀ, ਉਹ ਵੀ ਬਚਾ ਨਹੀਂ ਸਕੀ KPS ਗਿੱਲ ਵਰਗੇ ਬੁੱਚੜਾਂ ਦੇ ਅਤੇ ਬੇਅੰਤ ਸਿੰਘ ਵਰਗੇ ਬੁੱਚੜਾਂ ਦੇ ਟੌਰਚਰ ਤਸੀਹੇ ਜਿਹੜੇ ਆ ਵੀ ਉਹਨਾਂ ਤੋਂ ਜੀ। ਅਤੇ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੂੰ ਵੀ ਅਰੈਸਟ ਕਰਕੇ ਅਤੇ ਹਿਰਾਸਤ ਵਿੱਚ ਰੱਖ ਕੇ ਅਤੇ ਟੌਰਚਰ ਕੀਤਾ ਗਿਆ। ਅਤੇ ਦੂਜਾ ਜਿਹੜਾ ਨਾਮ ਆਉਂਦਾ ਆ ਵੀ ਮੇਰੇ ਦਿਮਾਗ ਦੇ ਵਿੱਚ ਵੀ ਜਿਹੜੇ ਕਹਿ ਲਓ ਵੀ ਇਹਨਾਂ ਵਾਂਗ ਹੀ ਉਹਨਾਂ ਨੇ ਵੀ ਭੁਗਤਿਆ, ਵੀ ਉਹ ਸੀਗੇ ਇੱਕ ਤਾਂ ਮੇਜਰ ਜਨਰਲ ਨਰਿੰਦਰ ਸਿੰਘ ਜਿਹੜੇ ਆਰਮੀ ਦੇ ਵਿੱਚੋਂ ਰਿਟਾਇਰ ਹੋਏ ਸੀ, ਅਤੇ ਕਈ ਤਰ੍ਹਾਂ ਦੇ ਜਿਹੜੇ ਆ ਵੀ ਬਹਾਦਰੀ ਦੇ ਮੈਡਲ ਅਤੇ ਸੇਵਾ ਮੈਡਲ ਜਿਹੜੇ ਆ ਵੀ ਉਹਨਾਂ ਨੂੰ ਮਿਲੇ ਸੀ। ਉਹਨਾਂ ਨੂੰ ਵੀ ਅਰੈਸਟ ਕਰਕੇ ਇੱਦਾਂ ਹੀ ਪੰਜਾਬ ਪੁਲਿਸ ਵੱਲੋਂ ਟੌਰਚਰ ਕੀਤਾ ਗਿਆ ਸੀ। ਅਤੇ ਤੀਜੇ ਸੀਗੇ ਆਪਣੇ ਇਹਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦਾ ਸਕਾ ਮਾਮਾ ਜਿਹੜਾ ਵੀ ਇੰਦਰਜੀਤ ਸਿੰਘ ਜੇਜੀ, ਉਹ ਨਾ ਸਿਰਫ MLA ਹੀ ਉਸ ਵੇਲੇ, ਅਤੇ ਉਹ ਵੀ ਪੰਜਾਬ ਐਂਡ ਹਰਿਆਣਾ ਕੋਈ ਹਾਈ ਕੋਰਟ ਦੇ ਵਕੀਲ ਵੀ ਨੇ। ਅਤੇ ਉਹ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਉਸ ਵੇਲੇ ਉਹ MLA ਵੀ ਸੀ ਪੰਜਾਬ ਅਸੈਂਬਲੀ 'ਚ, ਅਤੇ ਉਹਨਾਂ ਨੂੰ ਵੀ ਇਹ ਸਭ ਕੁਛ ਦੇ ਬਾਵਜੂਦ ਅਰੈਸਟ ਕਰਕੇ ਅਤੇ ਇਸ ਹੱਦ ਤੱਕ ਟੌਰਚਰ ਕੀਤਾ ਗਿਆ ਸੀ ਵੀ ਜਦੋਂ ਮੈਂ ਉਹਨਾਂ ਨੂੰ ਮਿਲਿਆ ਹਾਂ ਤਕਰੀਬਨ 1999 ਦੇ ਅਰਾਊਂਡ, ਅਤੇ ਉਹਨਾਂ ਦੇ ਹੱਥ ਜਿਹੜੇ ਆ ਵੀ ਉਹ ਐਂ ਕੰਬਦੇ ਸੀ, ਅੱਛਾ ਜੀ, ਪੈਨ ਵੀ ਨਹੀਂ ਫੜ ਸਕਦੇ, ਅਤੇ ਸਾਈਨ ਜਿਹੜੇ ਉਹਨਾਂ ਨੇ ਕਰਨੇ, ਇੰਨਾ ਤਸ਼ੱਦਦ ਹੋਇਆ ਸੀ ਉਹਨਾਂ ਦਾ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਇਹ ਸਾਨੂੰ ਅਹਿਸਾਸ ਕਰਾਉਂਦੀਆਂ ਨੇ ਵੀ ਅਸੀਂ ਵੀ ਕਿਵੇਂ ਕੌਮ ਜਿਹੜੀ ਆ ਵੀ ਉਹ ਗੁਲਾਮ ਹੀ ਆ, ਉਹ ਆਜ਼ਾਦ ਹੋਈ ਨਹੀਂ ਜੀ। ਔਰ ਇਸੇ ਲੜੀ ਦੇ ਵਿੱਚ ਹੀ ਵੀ ਜਿਹੜੀ ਅੱਜ ਦਾ ਪ੍ਰੋਗਰਾਮ ਆ ਅਸੀਂ ਉਹ ਕਿਤਾਬ ਜਿਹੜੀ ਅਗਲੇ ਹਫਤੇ 'ਤੇ ਪਾ ਦਿੱਤੀ ਜੀ, ਪਰ ਇਸ ਗੱਲ ਦੇ ਨਾਲ ਹੀ ਜੁੜਦੀ ਜਿਹੜੀ ਘਟਨਾ ਆ ਵੀ ਜਿਹੜੀ ਆਪਣਾ ਪੱਤਰਕਾਰ ਜਰਨੈਲ ਸਿੰਘ ਦੀ ਮੌਤ ਹੋਈ ਆ ਜੀ ਦਿੱਲੀ ਦੇ ਵਿੱਚ। ਅਤੇ ਉਹ ਹੁਣ ਤੁਸੀਂ ਇਹ ਵੇਖੋ ਵੀ ਜਿਹੜੀ ਆਪਾਂ ਗੱਲ ਕਰਦੇ ਨਾ ਵੀ ਪ੍ਰੋਮੀਨੈਂਟ ਪਰਸਨੈਲਿਟੀ ਹੋਵੇ, ਅਤੇ ਉਹ ਵੀ ਜਿਹੜੀ ਗੁਲਾਮ ਕੌਮ ਹੁੰਦੀ ਆ ਉਹਦੀ ਵਿੱਚ ਉਹ ਰਾਖੀ ਨਹੀਂ ਕਰਦੀ ਤੁਹਾਡੀ, ਜਾਂ ਉਹ ਤੁਹਾਡੇ ਲਈ ਕਿਸੇ ਮਤਲਬ ਨਹੀਂ ਹੁੰਦੀ ਬਿਲਕੁਲ। ਅਤੇ ਉਹ ਚੀਜ਼ ਜਿਹੜੀ ਆ ਵੀ ਉਹ ਹੁਣ ਜਿਹੜੇ ਕੁਛ ਵੀਰਾਂ ਨੇ ਵੀਡੀਓ ਬਣਾ ਕੇ ਪਾਈ ਆ ਜੀ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੋ ਰਹੀ ਆ ਇਸ ਸਿਲਸਿਲੇ ਦੇ ਉੱਤੇ, ਵੀ ਜਦੋਂ ਉਹ ਸੰਸਕਾਰ ਤੋਂ ਬਾਅਦ ਭਾਈ ਜਰਨੈਲ ਸਿੰਘ ਦੇ ਅਤੇ ਬੜੇ ਇਮੋਸ਼ਨਲ ਲੈਂਗੁਏਜ ਵਿੱਚ ਵੀ, ਅਤੇ ਉਹਨਾਂ ਨੇ ਉਹ ਜਿਹੜੀ ਵੀਡੀਓ ਆ ਆਪਣੇ ਜਿਹੜੇ ਮਨ ਦੇ ਭਾਵ ਨੇ ਵੀ ਉਹ ਸਾਰਿਆਂ ਦੇ ਨਾਲ ਸਾਂਝੇ ਕੀਤੇ ਨੇ। ਅਤੇ ਉਹ ਚੀਜ਼ ਜਿਹੜੀ ਆ ਵੀ ਉਹ ਬਾਰ-ਬਾਰ ਸਾਨੂੰ ਇਹ ਹੀ ਅਹਿਸਾਸ ਕਰਾਉਂਦੀ ਆ ਵੀ ਅਸੀਂ ਗੁਲਾਮ ਆ ਇਸ ਵੇਲੇ, ਕੌਮੀ ਤੌਰ ਦੇ ਉੱਤੇ ਗੁਲਾਮ ਆ। ਬਿਲਕੁਲ ਜੀ।
ਤੇ ਉਹ ਜਿਹੜੀ ਗੁਲਾਮੀ ਆ ਉਹਦੀ ਸਭ ਤੋਂ ਵੱਡੀ ਜਿਹੜੀ ਨਿਸ਼ਾਨੀ ਉਹ ਇਹ ਆ ਵੀ ਸਾਡੇ ਕੋਲੇ ਆਪਣੀਆਂ ਸੰਸਥਾਵਾਂ ਜਿਹੜੀਆਂ ਆ ਉਹ ਰਹੀਆਂ ਹੀ ਨਹੀਂ। ਬਿਲਕੁਲ। ਜਿਹੜੀਆਂ ਸੀਗੀਆਂ ਉਹ ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ ਚੱਲਦੀਆਂ ਸੀ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ ਚੱਲਦੀਆਂ ਸੀ। ਉਹ ਦੋਵਾਂ ਦੇ ਉੱਤੇ ਹੀ ਬਾਦਲ ਵਰਗੇ ਸੱਪਾਂ ਦਾ ਜਿਹੜਾ ਆ ਵੀ ਉਹ ਕਬਜ਼ਾ ਕਰਾ ਕੇ ਅਗਲਿਆਂ ਨੇ ਉਹ ਸੰਸਥਾਵਾਂ ਵੀ ਸਾਡੇ ਕੰਟਰੋਲ 'ਚ ਨਹੀਂ ਰਹਿਣ ਦਿੱਤੀਆਂ ਵੀ ਜਿਹੜੇ ਹੀ ਮੌਕਾ ਪੈਣ ਦੇ ਉੱਤੇ ਸਾਡੀ ਪੈਰਵੀ ਕਰ ਸਕਣ। ਤੇ ਇਹ ਅੱਜ ਦੀ ਕਹਾਣੀ ਨਹੀਂ ਗੀ। ਜਦੋਂ ਆਪਾਂ ਵੇਖਦੇ ਹਾਂ ਵੀ 84 ਦੇ ਵਿੱਚ ਜਿਹੜਾ ਕਹਿਰ ਸਾਡੀ ਕੌਮ ਦੇ ਉੱਤੇ ਝੁੱਲਿਆ ਆ ਵਰਿਆ, ਜਿਹੜਾ ਭਾਵੇਂ ਦਿੱਲੀ ਦੇ ਵਿੱਚ ਭਾਵੇਂ ਹੋਰ ਸ਼ਹਿਰਾਂ ਦੇ ਵਿੱਚ, ਉਹ ਤੋਂ ਬਾਅਦ ਜੇ ਕੌਮ ਨੇ ਆਪਣੇ ਜਿਹੜੇ ਪੀੜਤ ਸੀਗੇ ਕੌਮ ਦੇ ਹਿੱਸੇ ਉਹਨਾਂ ਦੀ ਜੇ ਬੌੜੀ ਕਰਨੀ ਸੀਗੀ ਤੇ ਸਾਡੇ ਕੋਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੋਵਾਂ ਨੇ ਨਹੀਂ ਕੀਤੀ। ਬਿਲਕੁਲ। ਔਰ ਉਹ ਜਿਹੜੀ ਚੀਜ਼ ਆ ਵੀ ਉਹ ਅਜੇ ਤੱਕ ਵੀ ਅਸੀਂ ਉਸ ਵੇਲੇ ਅਜੇ ਫੇਰ ਵੀ ਕੌਮੀ ਕੰਟਰੋਲ ਥੋੜ੍ਹਾ ਬਹੁਤਾ ਸੀਗਾ ਇਹਨਾਂ ਸੰਸਥਾਵਾਂ ਦੇ ਉੱਤੇ। ਅੱਜ ਤੇ ਉਹ ਵੀ ਹੈ ਨਹੀਂ ਗਾ, ਅੱਜ ਤੇ ਉਹ ਤੋਂ ਵੀ ਮਾੜੇ ਹਾਲਾਤ ਨੇ। ਸੋ ਇਸ ਕਰਕੇ ਵੀ ਉਹਨਾਂ ਵੀਰਾਂ ਨੇ ਜਿਹੜੀ ਇਹ ਵੀ ਕਹਿ ਲਓ ਵੀ ਭਾਵਕ ਹੋ ਕੇ ਵੀ ਜੋ ਉਹਨਾਂ ਨੇ ਕਿਹਾ ਆ ਉਹ ਬਿਲਕੁਲ ਸਾਨੂੰ ਸੋਚਣ 'ਤੇ ਮਜਬੂਰ ਕਰਦਾ। ਪਰ ਕੁਛ ਚੀਜ਼ਾਂ ਜਿਹੜੀਆਂ ਆ ਭਈ ਜਿਹੜਾ ਕਹਿ ਲਓ ਭਈ ਤੀਜਾ ਨੁਕਤਾ ਜਿਹੜਾ ਹੈਗਾ ਆ ਅੱਜ ਦਾ, ਭਈ ਜਿਹੜੀ ਲੀਡਰਸ਼ਿਪ ਦੀ ਘਾਟ ਆ ਨਾ, ਭਈ ਉਹਦੇ ਜਿਹੜੇ ਕਾਰਨ ਨੇ ਉਹ ਸਾਨੂੰ ਸਮਝਣੇ ਦੀ ਲੋੜ ਹੈਗੀ ਆ। ਔਰ ਉਹਦੇ ਲਈ ਆਪਾਂ ਡਿਸਕਸ ਕਰਾਂਗੇ ਭਈ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਵਾਲਾ ਜਿਹੜਾ ਪਲੇਟਫਾਰਮ ਆਇਆ ਆ ਜੀ, ਉਹ ਸਾਡੀ ਕੌਮ ਦੇ ਅਗੇਂਸਟ ਉੱਦਾਂ ਹੀ ਵਰਤਿਆ ਜਾ ਰਿਹਾ ਵੀ ਜਿਹੜਾ ਪੈਰਲਲ ਜਿਹੜਾ ਆ ਅੱਜ ਤੋਂ 100 ਸਾਲ ਪਹਿਲਾਂ ਜਦੋਂ SGPC ਬਣਾਈ ਗਈ ਸੀ, ਜਦੋਂ ਹੋਂਦ ਵਿੱਚ ਆਈ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੱਦਾਂ ਉਹਨੇ ਜਿਹੜੇ ਸਾਡੇ ਆਪਣੇ ਤਰੀਕੇ ਸੀਗੇ ਆਪਣੇ ਅੰਦਰੋਂ ਲੀਡਰ ਜਿਹੜੇ ਆ ਵੀ ਉਹਨਾਂ ਦੀ ਪਛਾਣ ਕਰਕੇ ਤੇ ਉਹਨਾਂ ਨੂੰ ਗਾਂਹ ਲੀਡ ਕਰਨ ਲਈ ਲੈ ਕੇ ਆਉਣਾ ਕੌਮ ਨੂੰ, ਵੀ ਉਹ ਤਹਿਸ ਨਹਿਸ ਹੋ ਗਈ। ਤੇ SGPC ਨੇ ਹੋਰ ਹੀ ਇੱਕ ਨਵੀਂ ਜਿਹੜੀ ਸੀਗੀ ਕਤਾਰ ਲੀਡਰਾਂ ਦੀ ਉਹ ਖੜੀ ਕਰ ਦਿੱਤੀ ਤੇ ਜਿਹਦਾ ਨਤੀਜਾ ਇਹ ਨਿਕਲਿਆ ਵੀ 47 ਦੇ ਵਿੱਚ ਭਈ ਨਿਕੰਮੇ ਲੀਡਰਾਂ ਕਰਕੇ ਜੋ ਹੋਇਆ ਆ ਉਹ ਅੱਜ ਵੀ ਸਾਨੂੰ ਜਿਹੜਾ ਵੀ ਉਹਦਾ ਖਮਿਆਜ਼ਾ ਜਿਹੜਾ ਵੀ ਉਹ ਭੁਗਤਣਾ ਪੈ ਰਿਹਾ। ਬਿਲਕੁਲ ਉਹੀ ਅੱਜ ਹੋ ਰਿਹਾ ਆ ਭਈ ਲੀਡਰ ਹੋਣੇ ਦਾ ਜਿਹੜਾ ਹੈਗਾ ਆ ਕ੍ਰਾਈਟੇਰੀਆ ਪੈਮਾਨਾ ਉਹ ਇਹ ਬਣ ਗਿਆ ਆ ਵੀ ਅਖੇ ਵੀ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਲਾਈਕਾਂ ਕਿੰਨੀਆਂ ਨੇ, ਬਿਲਕੁਲ, ਤੇ ਉਹਦੇ ਉੱਤੇ ਅਖੇ ਵੀ ਫੋਲੋਅਰ ਕਿੰਨੇ ਨੇ, ਸਰਕੂਲੇਟ ਕਿੰਨੀ ਹੋ ਰਹੀ ਆ ਭਾਈ, ਵੀ ਉਹ ਜਿਹੜੀਆਂ ਚੀਜ਼ਾਂ ਨੇ ਉਹ ਤੇ ਸਾਰੀਆਂ ਦੀਆਂ ਸਾਰੀਆਂ ਹੀ ਸਰਕਾਰ ਦੇ ਹੱਥ ਨੇ। ਬਿਲਕੁਲ। ਉਹਨਾਂ ਨੇ ਸਪੈਸ਼ਲ IT ਸੈੱਲ ਬਣਾ ਕੇ ਉਹ ਜਿਹੜਾ ਵੀ ਢੱਗਾ ਹੁੰਦਾ ਆ ਜਿਹੜਾ ਵੀ ਬੇਵਕੂਫ ਹੁੰਦਾ ਆ ਉਹਨੂੰ ਚੱਕ ਕੇ ਉਹ ਦੂਸਰੇ ਫੋਲੋਅਰ ਤੇ ਲਾਈਕਾਂ ਦੇ ਕੇ ਤੇ ਉਹ ਲੀਡਰ ਵਜੋਂ ਜਾਂ ਪ੍ਰੋਮੀਨੈਂਟ ਬੰਦੇ ਵਜੋਂ ਬਣਾ ਕੇ ਤੇ ਉਹ ਸਾਡੇ ਕਮਿਊਨਿਟੀ ਦੇ ਵਿੱਚ ਪੇਸ਼ ਕਰ ਦਿੰਦੇ ਨੇ ਜੀ। ਹੁਣ ਉਹ ਚੀਜ਼ਾਂ ਜਿਹੜੀਆਂ ਆ ਵੀ ਉਹਨਾਂ ਦਾ ਖਮਿਆਜ਼ਾ ਜਿਹੜਾ ਆ ਉਹ ਸਾਨੂੰ ਅੱਜ ਭੁਗਤਣਾ ਪੈ ਰਿਹਾ ਤੇ ਗਾਂਹ ਹੋਰ ਵੱਡੇ ਪੱਧਰ ਤੇ ਭੁਗਤਣਾ ਪੈਣਾ। ਬਿਲਕੁਲ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਵੀ ਉਹ ਆਪਾਂ ਅੱਜ ਨਹੀਂ, ਸਹੀ ਗੱਲ ਹੈ ਭਾਈ। ਜਿੱਦਾਂ ਆਪਾਂ ਪਹਿਲਾਂ ਇੱਥੋਂ ਸ਼ੁਰੂਆਤ ਕਰ ਲਈ ਜਿਹੜੀ ਜਰਨੈਲ ਸਿੰਘ ਉਹਨਾਂ ਦੇ ਬਾਬਤ ਵੀਡੀਓ ਬਣਾਈ ਹੈ ਉਹਨਾਂ ਵੀਰਾਂ ਨੇ, ਤਾਂ ਕੋਈ ਸ਼ੱਕ ਨਹੀਂ ਉਹਦੇ ਵਿੱਚ ਕਿ ਸਾਨੂੰ ਸਾਰਿਆਂ ਨੂੰ ਅਫਸੋਸ ਆ ਕਿ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਤੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਜਿਹੜਾ ਭਾਣਾ ਮੰਨਣ ਦਾ ਬਲ ਬਖਸ਼ੇ। ਬਿਲਕੁਲ ਹੈ ਜੀ। ਤੇ ਦੂਜੀ ਗੱਲ ਉਹਦੇ ਵਿੱਚ ਜਿਹੜੀ ਵੀਰਾਂ ਨੇ ਇਮੋਸ਼ਨਲ ਹੋ ਕੇ ਕਹੀ ਹੈ ਕੁਛ ਗੱਲਾਂ ਤੇ ਸਾਨੂੰ ਬਿਲਕੁਲ ਸੋਚਣੀਆਂ ਚਾਹੀਦੀਆਂ ਕਿ ਜਿਹੜੇ ਕੌਮ ਦੇ ਲੀਡਰ ਆ ਉਹ ਕਰ ਕੀ ਰਹੇ ਨੇ। ਬਿਲਕੁਲ। ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਸਿੱਖ ਕੌਮ ਨੂੰ ਰੀਪ੍ਰੈਜ਼ੈਂਟ ਕਰਦੇ ਹਾਂ, ਖਾਸ ਕਰ ਦਿੱਲੀ ਦੀ ਜੇ ਗੱਲ ਕਰੀਏ ਕਿਉਂਕਿ ਉਹ ਦਿੱਲੀ ਦੇ ਵਿੱਚ ਰਹਿੰਦੇ ਨੇ, ਤਾਂ ਦਿੱਲੀ ਦੇ ਜਿਹੜੇ ਉਹਨਾਂ ਨੇ 3 ਬੰਦੇ ਦੇ ਨਾਂ ਲਏ ਨੇ, GK, ਸਿਰਸਾ ਤੇ ਸਰਨਾ, ਤੇ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਤਿੰਨਾਂ ਨੂੰ ਅਪਰੋਚ ਕੀਤੀ ਤੇ ਤਿੰਨਾਂ ਨੇ ਉਹਨਾਂ ਨੂੰ ਜਿੱਦਾਂ ਵੀ ਉਹਨਾਂ ਨੇ ਰਿਸਪੌਂਸ ਦਿੱਤਾ। ਪਹਿਲਾਂ ਹੁਣੀ ਥੋੜ੍ਹੀ ਦੇਰ ਪਹਿਲਾਂ ਗੱਲ ਕਰਦੇ ਸੀ ਨਾ ਬਾਈ, ਜਿਹੜੇ ਸਿਸਟਮ ਇਹਨਾਂ ਨੇ ਬਣਾਏ ਹੋਏ ਆ, ਜੇ ਅਸੀਂ ਉਹਨੂੰ ਇੱਕ ਨਾਂ ਦੇਣਾ ਚਾਹੀਏ, ਜਿਹੜੇ ਸਿਸਟਮ ਬਾਹਮਣ ਨੇ ਬਣਾਏ ਹੋਏ ਆ। ਹੁਣ ਗੁਰੂ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਉਹ ਬਾਹਮਣ ਦੇ ਸਿਸਟਮ ਦੀ ਜਗ੍ਹਾ ਆਪ ਜਾ ਕੇ ਬਹਿ ਜਾਓ, ਉਹਨੂੰ ਪਰੇ ਕਰ ਦਿਓ। ਗੁਰੂ ਸਾਹਿਬ ਦੀ ਸਿੱਖਿਆ ਇਹ ਹੈ ਕਿ ਜਿਹੜੇ ਬਾਹਮਣ ਦੇ ਬਣਾਏ ਸਿਸਟਮ ਉਹੀ ਖਤਮ ਕਰ ਦਿਓ, ਕਿਉਂਕਿ ਉਹ ਸਿਸਟਮ ਆਪਣੇ ਆਪ 'ਚ ਇੰਨੇ ਖਤਰਨਾਕ ਨੇ, ਜਿਹੜੀ ਇਨਸਾਨੀਅਤ ਦੇ ਉੱਤੇ ਬੜੀ ਵੱਡੀ ਇਨਸਾਨੀਅਤ ਨੂੰ ਖਤਮ ਕਰਨ ਦੇ ਬਰਾਬਰ ਉਹ ਸਿਸਟਮ ਬਣਾਏ ਗਏ ਨੇ। ਕਿਉਂਕਿ ਜਿਸ ਹਿਸਾਬ ਨਾਲ ਸਿਸਟਮ ਚੱਲਦੇ ਨੇ, ਜਿਸ ਹਿਸਾਬ ਨਾਲ ਉਹਨਾਂ ਸਿਸਟਮਾਂ ਨੂੰ ਚਲਾਇਆ ਜਾਂਦਾ ਹੈਗਾ, ਤੇ ਉਹਦੇ ਵਿੱਚ ਜਿੱਦਾਂ ਉਹ ਗੱਲ ਕਰਦੇ ਨੇ ਹੋਸਪਿਟਲ ਦੀ, ਤਾਂ ਬਾਕੀ ਉਦਾਹਰਨ ਦੇ ਕੇ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਦੇ ਵਿੱਚ 30-35 ਬੈੱਡ ਸਿੱਖਾਂ ਦੇ ਰਿਜ਼ਰਵ ਹੋਣ, 30-35-40%, ਤਾਂ ਉਹ ਖਤਰਨਾਕ ਗੱਲ ਹੈਗੀ ਆ। ਉਹ ਸਾਨੂੰ ਸੋਚਣਾ ਚਾਹੀਦਾ, ਕਿਉਂਕਿ ਜੇ ਆਪਾਂ ਬਾਕੀ ਕੰਟਰੀਆਂ ਦੀ ਵੀ ਗੱਲ ਕਰੀਏ, ਜੇ ਇੱਦਾਂ ਸਾਰੇ ਪਾਸੇ ਹੋਣ ਲੱਗ ਜੇ,
ਜੇ ਆਪਾਂ ਹੁਣ ਨਿਊਜ਼ੀਲੈਂਡ 'ਚ ਰਹਿੰਦੇ ਹਾਂ, ਇੱਥੇ ਕਹਿਣ ਜੀ ਨਹੀਂ ਭਾਈ ਜਿਹੜਾ ਸਾਡਾ ਹਸਪੀਟਲ ਹੈ ਮਿਡਲਮੋਰ ਦੇ ਵਿੱਚ, ਇੱਥੇ ਜੀ 500 ਬੈੱਡ ਈਸਾਈਆਂ ਲਈ ਅਸੀਂ ਰਿਜ਼ਰਵ ਰੱਖਿਆ ਹੋਇਆ, ਦੂਜੀ ਕੌਮ ਦਾ ਬੰਦਾ ਉੱਥੇ ਜਾ ਕੇ ਇਲਾਜ ਨਹੀਂ ਕਰਾ ਸਕਦਾ। ਤੇ ਉਹ ਅਸੀਂ ਸੋਚ ਕੇ ਦੇਖੀ ਉਸ ਐਂਗਲ ਤੋਂ। ਅਸੀਂ ਉਹਨਾਂ ਵੀਰਾਂ ਨੂੰ ਗਲਤ ਨਹੀਂ ਕਹਿ ਰਹੇ, ਉਹਨਾਂ ਨੇ ਭਾਵੁਕ ਹੋ ਕੇ ਗੱਲਾਂ ਕਹੀਆਂ ਨੇ, ਇਮੋਸ਼ਨਲ ਹੋ ਕੇ ਉਹ ਕੁਛ ਗੱਲਾਂ ਕਹੀਆਂ ਨੇ। ਬਾਕੀ ਜਿਹੜੀ ਉਹ ਹੋਰ ਨੁਕਤੇ ਉਹ ਉਹਨਾਂ ਨੇ ਕਹੇ ਨੇ, ਉਹ ਸਾਨੂੰ ਵਿਚਾਰਨੇ ਵੀ ਚਾਹੀਦੇ ਨੇ ਕਿ ਕੌਮ ਦੇ ਲੀਡਰ ਕੌਮ ਵਾਸਤੇ ਕਰ ਕੀ ਰਹੇ ਨੇ, ਕਿਉਂਕਿ ਉਹ ਕੌਮ ਦੇ ਸਿਰ ਤੇ ਲੀਡਰ ਬਣੇ ਨੇ, ਆਪਣੇ ਆਪ ਨੂੰ ਕੌਮ ਦਾ ਲੀਡਰ ਦੱਸਦੇ ਨੇ ਤੇ ਕੌਮ ਤੋਂ ਹੀ ਉਹ ਸਪੋਰਟ ਭਾਲਦੇ ਨੇ। ਤੇ ਮਾਇਕ ਪੱਖੋਂ ਵੀ ਤੇ ਬਾਕੀ ਹੋਰ ਪਾਸਿਓਂ ਵੀ ਉਹ ਕੌਮ ਦੇ ਉੱਤੇ ਹੀ ਖੜੇ ਨੇ, ਕਹਿਣ ਦਾ ਭਾਵ ਆ। ਤੇ ਉਹ ਚੀਜ਼ਾਂ ਸਾਨੂੰ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਕਿ ਇਹੋ ਜਿਹੇ ਸਿਸਟਮ ਅਸੀਂ ਇਹ ਨਾ ਹੋਈਏ ਕਿ ਜਿਹੜਾ ਇੱਕ ਕੁਛ ਗਲਤ ਹੋਇਆ ਆ ਉਹਨੂੰ ਸੁਧਾਰਨ ਲਈ ਆਪਾਂ ਹੋਰ ਗਲਤ ਕੁਛ ਕਰ ਲਈਏ, ਜਿਹਦੇ ਨਾਲ ਆਪਾਂ ਆਪਣਾ ਹੀ ਨੁਕਸਾਨ ਕਰ ਲਈਏ। ਬਿਲਕੁਲ ਸਹੀ ਗੱਲ ਹੈ ਜੀ। ਔਰ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਲਟੀਮੇਟਲੀ ਜਾ ਕੇ ਤੇ ਜਿਹੜੀ ਲੀਡਰਸ਼ਿਪ ਦੀ ਘਾਟ ਆ ਜੀ ਵੀ ਉਹਦੇ ਨਾਲ ਹੀ ਜੁੜਦੀਆਂ ਨੇ, ਕਿਉਂਕਿ ਅੱਜ ਦਾ ਜਿਹੜਾ ਸੰਸਾਰੀ ਸਿਸਟਮ ਆ, ਬਿਲਕੁਲ ਦੁਨਿਆਵੀ ਸਿਸਟਮ ਜਿਹੜਾ ਆ ਵੀ ਉਹ ਇਸੇ ਹਿਸਾਬ ਨਾਲ ਹੀ ਚੱਲਦਾ ਆ। ਭਈ ਇੱਕ ਤੇ ਹੈਗੀ ਆ ਵੀ ਕਿਤਾਬੀ ਪੜ੍ਹਾਈ ਜੀ, ਦੂਜੀ ਹੈਗੀ ਆ ਭਈ ਦੁਨਿਆਵੀ ਜਿਹੜਾ ਤਜਰਬਾ ਆ। ਹੁਣ ਉਹ ਜਦੋਂ ਸਾਡੇ ਜਿਹੜੇ ਆ ਭਈ ਲੀਡਰਸ਼ਿਪ ਦੇ ਵਿੱਚੋਂ ਜਿਹੜੇ ਸਾਡੇ ਬੰਦੇ ਆ ਵੀ ਉਹਨਾਂ ਦੀਆਂ ਉਹਦਾ ਰੋਲ ਜਿਹੜਾ ਹੌਲੀ ਹੌਲੀ ਘਟੀ ਜਾਣ ਦਿਆ ਜੀ, ਤੇ ਲੀਡਰਸ਼ਿਪ ਦਾ ਜਿਹੜਾ ਐਕਸਪੀਰੀਅੰਸ ਆ ਤਜਰਬਾ ਆ ਅਗਲੀਆਂ ਪੀੜ੍ਹੀਆਂ ਨੂੰ ਸਾਡੀਆਂ ਨੂੰ ਵੀ ਉਹ ਕਿੱਥੋਂ ਮਿਲਣਾ। ਬਿਲਕੁਲ। ਸੋ ਉਹ ਜਿਹੜੀ ਉਹ ਵੀਰਾਂ ਨੇ ਗੱਲ ਕੀਤੀ ਆ ਉਹ ਇਹ ਕਲੀਅਰਲੀ ਇਹ ਕਹਿ ਲਓ ਵੀ ਸ਼ੋਅ ਕਰ ਰਹੀ ਆ ਵੀ ਇਹਨਾਂ ਵੀਰਾਂ ਨੂੰ ਭਈ ਜਿਹੜੇ ਚੀਜ਼ਾਂ ਦੀ ਸਿਸਟਮ ਕਿੱਦਾਂ ਚੱਲਦਾ, ਕਿੱਦਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਤੇ ਜਦੋਂ ਪਬਲਿਕਲੀ ਕੋਈ ਗੱਲ ਕਹਿਣੀ ਆ ਵੀ ਕਿਹੜੀ ਲੈਂਗੁਏਜ ਹੋਣੀ ਚਾਹੀਦੀ ਆ। ਬਿਲਕੁਲ। ਭਈ ਜਿੱਦਾਂ ਕਹਿ ਲਓ ਵੀ ਡਿਪਲੋਮੇਸੀ ਜਿਹੜੀ ਆ ਭਈ ਉਹਦੇ ਕੀ ਅਸੂਲ ਨੇ। ਬਿਲਕੁਲ। ਸੋ ਉਹ ਸਾਰਾ ਕੁਝ ਫਿਰ ਜਿਹੜੀ ਪਬਲਿਕ ਰਿਲੇਸ਼ਨ ਆ ਵੀ ਉਹਦਾ ਕੀ ਅਸੂਲ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤਾਬੀ ਪੜ੍ਹਾਈਆਂ ਚੋਂ ਨਹੀਂ ਮਿਲਣੀਆਂ। ਬਿਲਕੁਲ, ਉਹ ਤੁਹਾਨੂੰ ਇੱਕ ਐਕਸਪੀਰੀਅੰਸ ਚੋਂ ਮਿਲਣੀ, ਉਹ ਐਕਸਪੀਰੀਅੰਸ ਦੇ ਵਿੱਚੋਂ ਮਿਲਣੀਆਂ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਇਹ ਇੱਕ ਨਵੀਂ ਕਹਿ ਲਓ ਵੀ ਸਾਡੀ ਕੌਮ ਲਈ ਮਸਲਾ ਜਿਹੜਾ ਵੀ ਉਹ ਖੜਾ ਹੋ ਰਿਹਾ ਜੀ, ਵੀ ਜਿਹਦੇ ਵਿੱਚ ਵੀ ਅਗਲੀਆਂ ਜਿਹੜੀਆਂ ਜਨਰੇਸ਼ਨਾਂ ਆ ਰਹੀਆਂ ਨੇ ਉਹਨਾਂ ਨੂੰ ਪਿਛਲੀ ਜਨਰੇਸ਼ਨ ਨਾਲੋਂ ਤਜਰਬਾ ਘੱਟ ਰਿਹਾ। ਬਿਲਕੁਲ ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਅਲਟੀਮੇਟਲੀ ਸਾਨੂੰ ਉੱਥੇ ਲੈ ਕੇ ਆਉਂਦਾ ਵੀ ਇਹ ਸਾਰਾ ਭਾਣਾ ਜਿਹੜਾ ਵੀ ਇਹ ਵਰਤ ਕਿੱਦਾਂ ਰਿਹਾ। ਬਿਲਕੁਲ। ਜਦੋਂ ਆਪਾਂ ਨਾ ਪੜ੍ਹਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਟਾਈਮ ਸਮੇਂ ਬਾਰੇ ਜਿਹੜਾ ਕਹਿ ਲਓ ਵੀ ਵਰਤਾਰਾ ਸੀਗਾ ਜੀ, ਵੀ ਉਹਦੇ ਵਿੱਚ ਜਿਹੜੀ ਇੱਕ ਗੱਲ ਨਾ 2-3 ਵਾਰੀ ਦੁਹਰਾਈ ਗਈ ਆ ਵੀ ਜਿਹੜੀਆਂ ਇੱਕ ਕਿਤਾਬਾਂ ਮੈਂ ਪੜ੍ਹੀਆਂ ਉਹਨਾਂ ਦੀ ਗੱਲ ਕਰਦਾ, ਦੁਹਰਾਈ ਤੇ ਕਈ ਵਾਰੀ ਗਈ ਹੋਣੀ ਆ ਵੀ ਜਿਹਦੇ ਵਿੱਚ ਅੰਗਰੇਜ਼ ਜਦੋਂ ਆਪਸ ਦੇ ਵਿੱਚ ਗੱਲ ਕਰ ਰਹੇ ਹਨ। ਹਾਂਜੀ। ਵੀ ਮੰਨ ਲਓ ਵੀ ਵਾਇਸ ਰਾਏ ਆ ਜਿਹੜਾ ਅੰਗਰੇਜ਼ਾਂ ਦਾ ਹੈੱਡ ਆ ਵੀ ਈਸਟ ਇੰਡੀਆ ਕੰਪਨੀ ਦਾ ਹੈੱਡ ਆ ਜੀ, ਤੇ ਉਹ ਕਹਿ ਰਿਹਾ ਭਈ ਇਹ ਵੀ ਜਿਹੜੇ ਥੱਲੇ ਆ ਮਤਹਿਤ ਉਹਦੇ ਉਹਨਾਂ ਤੋਂ ਪੁੱਛ ਰਿਹਾ ਭਈ ਜਿਹੜੇ ਇਹ ਦੂਸਰਾ ਪੰਜਾਬ ਦਾ ਜਿਹੜਾ ਮਹਾਰਾਜਾ ਆ ਭਈ ਇਹਦੇ ਨਾਲ ਜੇ ਆਪਾਂ ਸੰਧੀ ਕਰੀਏ ਤੇ ਆਪਾਂ ਨੂੰ ਫਾਇਦਾ ਕਿ ਨੁਕਸਾਨ ਆ। ਤੇ ਉਹ ਪਹਿਲਾਂ ਤਾਂ ਕਹਿੰਦੇ ਆ ਵੀ ਬਹੁਤ ਵਧੀਆ ਹੋ ਜਾਣਾ ਵੀ ਜੇ ਆਪਣੀ ਸੰਧੀ ਹੋ ਜਾਂਦੀ ਆ ਤੇ ਆਪਾਂ ਵੀ ਜਿਹੜਾ ਸਾਨੂੰ ਉਧਰੋਂ ਰੂਸ ਵੱਲੋਂ ਖਤਰਾ ਆ, ਕਿਉਂਕਿ ਆਪਾਂ ਜਾਣਦੇ ਆ ਵੀ 1977-78 ਦੇ ਵਿੱਚ ਰੂਸ ਨੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ ਜੀ, ਔਰ 10 ਸਾਲ ਤੱਕ ਕਬਜ਼ਾ ਚੱਲਿਆ। ਅਸਲ ਦੇ ਵਿੱਚ 18ਵੀਂ ਸਦੀ ਦੇ ਅੰਤ ਦੇ ਵਿੱਚ ਤੇ 19ਵੀਂ ਸਦੀ ਦੇ ਸ਼ੁਰੂ ਦੇ ਵਿੱਚ ਯਾਨੀ ਕਿ 1780-90 ਤੋਂ ਬਾਅਦ ਤੇ 1800 ਜਦੋਂ ਹੋਇਆ ਤੇ ਉਦੋਂ ਤੋਂ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੂੰ ਹਮੇਸ਼ਾ ਹੀ ਇਹ ਡਰ ਸੀਗਾ ਭਈ ਜਿਹੜੇ ਰੂਸ ਵਾਲੇ ਆ ਇਹਨਾਂ ਨੇ ਅਫਗਾਨਿਸਤਾਨ ਵੱਲੋਂ ਆ ਕੇ ਤੇ ਇੱਧਰ ਜਿਹੜਾ ਸਾਡਾ ਭਾਰਤ ਦੇ ਵਿੱਚ ਰਾਜ ਕਾਇਮ ਹੋ ਰਿਹਾ ਵੀ ਇਹਨੂੰ ਹਿਲਾ ਦੇਣਾ। ਸੋ ਉਹਨਾਂ ਨੂੰ ਡਰ ਹਮੇਸ਼ਾ ਹੀ ਇਹ ਰਿਹਾ। ਉਹਨਾਂ ਨੇ ਪਹਿਲੀ ਸੰਧੀ ਕੀਤੀ 1809 ਦੇ ਵਿੱਚ ਸਿੱਖਾਂ ਦੇ ਨਾਲ, ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਉਹ ਤੋਂ ਬਾਅਦ ਹੌਲੀ ਹੌਲੀ ਕਰਕੇ ਵੀ ਜਿਹੜਾ ਸਾਡਾ ਕਹਿ ਲਓ ਵੀ ਸਿੱਖ ਕੌਮ ਦੇ ਲੀਡਰਾਂ ਦਾ ਤਜਰਬੇ ਦੀ ਘਾਟ ਸੀਗੀ ਜੀ ਵੀ ਜਿਹੜੀ ਵੀ ਸੰਧੀਆਂ ਨੈਗੋਸ਼ੀਏਟ ਕਰਨੇ ਦੀ ਤੇ ਜਾਂ ਕਹਿ ਲਓ ਵੀ ਆਪਣੇ ਜਿਹੜੇ ਇੰਟਰਸਟ ਸੀਗੇ ਵੀ ਉਹਨਾਂ ਦੀ ਰਾਖੀ ਕਰਨੇ ਦੀ ਜੀ ਵੀ ਉਹਦੇ ਵਿੱਚ ਅਸੀਂ ਸੰਧੀਆਂ ਦੇ ਵਿੱਚ ਵੀ ਆਪਣਾ ਜਿਹੜੇ ਪੱਖ ਆ ਵੀ ਆਪਣੇ ਇੰਟਰਸਟ ਉਹ ਲੂਜ਼ ਕਰੀ ਗਏ ਆ। ਤੇ ਉਹ ਤੋਂ ਬਾਅਦ ਅਗਲਿਆਂ ਨੇ ਹੌਲੀ ਹੌਲੀ ਸਾਨੂੰ ਘੇਰ ਕੇ ਤੇ ਜਿਹੜਾ 1845 46 ਤੇ 1849 ਉਹ ਸਾਰਾ ਕੁਝ ਜੋ ਹੋਇਆ ਆ ਉਹ ਫਿਰ ਇਨਐਵੀਟੇਬਲ ਹੋ ਜਾਂਦਾ। ਹੁਣ ਉਹਦੇ ਵਿੱਚ ਲੀਡਰਸ਼ਿਪ ਦੀ ਘਾਟ ਹੀ ਸੀਗੀ ਇਹ ਵੀ ਤਜਰਬੇ ਦੀ ਘਾਟ, ਲੀਡਰਸ਼ਿਪ ਦੀ ਘਾਟ ਤੇ ਉਸ ਲੈਵਲ ਦੇ ਉੱਤੇ ਜਾ ਕੇ ਤੇ ਅਗਲੇ ਦੇ ਦੁਸ਼ਮਣ ਦੇ ਜਿਹੜੀਆਂ ਕਹਿ ਲਓ ਪਈ ਚਾਲਾਂ ਨੇ ਉਹਨਾਂ ਨੂੰ ਸਮਝਣਾ ਤੇ ਉਹਨਾਂ ਨੂੰ ਕਾਊਂਟਰ ਕਰਨਾ। ਬਿਲਕੁਲ। ਹੁਣ ਉੱਥੋਂ ਅਸੀਂ ਲੂਜ਼ ਕਰਦੇ ਕਰਦੇ ਆ ਕੇ ਤੇ ਜਦੋਂ ਫੇਰ ਅਸੀਂ ਚਲੋ ਆਪਣੀ ਕੁਛ ਜਿਹੜੀ ਲੀਡਰਸ਼ਿਪ ਸੀਗੀ ਟ੍ਰੈਡੀਸ਼ਨਲ ਸਾਡੀ ਜਿਹੜੀ ਧਾਰਮਿਕ ਸਾਈਡ ਤੋਂ ਆਉਂਦੀ ਸੀਗੀ
ਉਹਦੇ ਵਿੱਚੋਂ ਬਾਬਾ ਖੜਕ ਸਿੰਘ ਹੁਣੀ ਤੇ ਕਰਤਾਰ ਸਿੰਘ ਝੱਬਰ ਤੇ ਹੋਰ ਸਾਰੇ ਉਹ ਲੀਡਰ ਨਿਕਲੇ ਵੀ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਆ ਵੀ ਉਹ ਕਾਇਮ ਕੀਤੀ ਤੇ ਗੁਰਦੁਆਰੇ ਜਿਹੜੇ ਆ ਵੀ ਉਹ ਮਹੰਤਾਂ ਤੋਂ ਛੁਡਾਏ। ਪਰ ਹੋਇਆ ਕੀ ਵੀ ਉਹ ਸਾਰਾ ਜੋ ਕੁਝ ਵੀ ਅਸੀਂ ਹਾਸਲ ਕੀਤਾ ਸੀ ਇਹਨਾਂ ਲੀਡਰਾਂ ਨੇ ਉਹ ਸਾਰੇ ਦੇ ਸਾਰੇ ਇਹ ਲੀਡਰ ਜਿਹੜੇ ਆ ਇਹ ਪਿਛਲੀ ਕਤਾਰ ਦੇ ਵਿੱਚ ਸੁੱਟ ਦਿੱਤੇ ਗਏ ਜਦੋਂ ਅਗਲਿਆਂ ਨੇ SGPC ਬਣਾਤੀ। ਤੇ SGPC ਦੀਆਂ ਇਲੈਕਸ਼ਨਾਂ ਜਿਹੜੀਆਂ ਆ ਉਹਦੇ ਵਿੱਚ ਮਾਸਟਰ ਤਾਰਾ ਸਿੰਘ, ਹੁਕਮ ਸਿੰਘ ਤੇ ਇਹ ਜਿਹੜਾ ਮਹਿਤਾਬ ਸਿੰਘ ਸੀ, ਇਹ ਸਾਰੇ ਜਿਹੜੇ ਆ SGPC ਦੇ ਮੈਂਬਰ ਚੁਣ ਕੇ ਤੇ ਉਹ ਬਣ ਗਏ ਤੇ ਉਹਨਾਂ ਨੂੰ ਲੀਡਰ ਵਜੋਂ ਜਿਹੜਾ ਆ ਵੀ ਉਹ ਪੇਸ਼ ਕਰਨਾ ਸ਼ੁਰੂ ਕਰਤਾ ਕਿਉਂਕਿ ਸਰਕਾਰ ਨੇ ਜਿਨ੍ਹਾਂ ਦੇ ਨਾਲ ਗੱਲ ਕਰਨੀ ਸੀ ਉਹ ਇਹ ਬੰਦੇ ਹੋ ਗਏ। ਸੋ ਇਹਨਾਂ ਦੇ ਨਾਲ ਕਿਉਂਕਿ ਸਰਕਾਰ ਗੱਲ ਕਰ ਰਹੀ ਆ ਇਸ ਕਰਕੇ ਇਹ ਲੀਡਰ ਹੋ ਗਏ। ਸੋ ਉਹ ਚੀਜ਼ ਜਿਹੜੀ ਆ ਵੀ ਉਹਦਾ ਖਮਿਆਜ਼ਾ ਭੁਗਤਣਾ ਪਿਆ ਵੀ ਉਹ ਤੋਂ ਬਾਅਦ ਤੁਸੀਂ ਦੇਖੋ ਵੀ ਬਾਬਾ ਖੜਕ ਸਿੰਘ ਨਹੀਂ ਦਿਖਦਾ ਕਿਤੇ, ਕਰਤਾਰ ਸਿੰਘ ਝੱਬਰ ਨਹੀਂ ਦਿਖਦਾ, ਹੋਰ ਜਿਹੜੇ ਕਹਿੰਦੇ ਘੁੰਮਦੇ ਲੀਡਰ ਸੀਗੇ ਜਿਹਦੇ ਗੁਰਦੁਆਰਾ ਸੁਧਾਰ ਲਹਿਰ ਦੇ ਉਹ ਤੋਂ ਬਾਅਦ SGPC ਬਣਨੇ ਤੋਂ ਬਾਅਦ ਕਿਤੇ ਵੀ ਨਹੀਂ ਦਿਖਦੇ, ਮਤਲਬ ਇਤਿਹਾਸ 'ਚ ਗਵਾਚ ਗਏ। ਸੋ ਉਹ ਸਾਰਾ ਕੁਝ ਜਿਹੜਾ ਆ ਅਲਟੀਮੇਟਲੀ ਅੱਜ ਜਦੋਂ ਤੁਸੀਂ ਵੇਖਦੇ ਆ ਨਾ ਵੀ ਜਿਹੜੀ ਆਪਾਂ ਗੱਲ ਕੀਤੀ ਆ ਵੀ ਸੋਸ਼ਲ ਮੀਡੀਆ ਦੀ ਜਿਹਦੇ ਵਿੱਚ ਵੀ ਇਹ ਲਾਈਕਾਂ ਜਿਹੜੀਆਂ ਆ ਤੇ ਜਿਹੜੇ YouTube ਦੇ ਸਬਸਕ੍ਰਾਈਬਰ ਆ ਤੇ ਇਹ ਉਹੋ ਜਿਹਾ ਜਿਹੜਾ ਸਾਰਾ ਆ ਉਹ ਇਹ ਨਹੀਂ ਕੋਈ ਦੇਖ ਰਿਹਾ ਭਈ YouTube ਦੇ ਉੱਤੇ ਤੁਹਾਨੂੰ ਦੇਖਣ ਵਾਲਾ ਕੌਣ ਆ। ਬਿਲਕੁਲ। ਸੋ ਕਿਉਂਕਿ ਹੁਣ ਉਹ ਸੀਗਾ ਵੀ ਇਹ ਵੀ ਜਿਹੜੇ ਕਹਿ ਲਓ ਭਈ ਮਾੜੀ ਸੋਚ ਵਾਲੇ ਆ ਵੀ ਉਹ ਦੇਖਦੇ ਪਏ ਆ, ਅਗਲਿਆਂ ਨੇ ਕਰਮਿੰਦਰ ਢਿੱਲੋਂ ਵਰਗਾ ਜਿਹੜਾ ਲਿਆ ਕੇ ਤੇ ਉਹ ਬਿਠਾਤਾ ਭਈ ਇਹ ਕਹਿਣੇ ਨੂੰ ਵੀ ਅਗਲੇ ਨੇ ਜੀ ਅਮਰੀਕਾ ਤੋਂ PhD ਕੀਤੀ ਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਭਾਵੇਂ ਕਰਮਿੰਦਰ ਢਿੱਲੋਂ ਆ ਭਾਵੇਂ ਇਹੋ ਜਿਹੇ ਜਿਹੜੇ ਹੋਰ ਆ ਭਈ ਬਕਾਊ ਮਾਲ ਵੀ ਇੱਕ ਹੈਗਾ ਵੀ ਜਿਹੜਾ ਡਿਗਰੀ ਆਪਣੀ ਜਿਹੜੀ ਆ ਵੀ ਉਹ ਸ਼ੋਅ ਕਰਦਾ ਆ ਵੀ ਮੈਂ ਜੀ PhD ਕੀਤੀ ਹੋਈ ਆ, ਦੂਜੇ ਉਹ ਆ ਜਿਹੜੇ ਕਹਿੰਦੇ ਆ ਵੀ ਅਸੀਂ ਤਾਂ 5ਵੀਂ ਪੜ੍ਹੇ ਆ ਤੇ ਡਿਗਰੀਆਂ ਵਾਲਿਆਂ ਨੂੰ ਤੇ ਅਸੀਂ ਜਾਣਦੇ ਕੁਛ ਨਹੀਂ। ਸਹੀ ਗੱਲ। ਉਹ ਦੋਵੇਂ ਇੱਕੋ ਪਾਸੇ ਖੜੇ ਆ ਔਰ ਇੱਕੋ ਪਾਸੇ ਖੜ ਕੇ ਆਪਣੇ ਆਪ ਨੂੰ ਕੌਮ ਦੇ ਲੀਡਰ ਵਜੋਂ ਪੇਸ਼ ਕਰ ਰਹੇ ਆ ਭਈ ਸੇਧ ਜਿਹੜੀ ਆ ਵੀ ਉਹ ਸਮਝ ਹੀ ਸਾਨੂੰ ਆ ਸਾਰੀ, ਇਸ ਕਰਕੇ ਸੇਧ ਅਸੀਂ ਦੇਣੀ ਆ। ਪਰ ਇਹ ਸਾਰੇ ਦੇ ਵਿੱਚ ਜਿਹੜਾ ਸਾਡੀ ਕੌਮ ਦਾ ਆਪਣਾ ਸਿਸਟਮ ਸੀਗਾ ਗੁਰੂ ਪਾਤਸ਼ਾਹ ਦਾ ਘੜਿਆ ਹੋਇਆ ਭਈ ਜਿਹਦੇ ਵਿੱਚ ਭਈ ਸਿੱਖੀ ਸਰੂਪ ਯਾਨੀ ਕਿ ਰਹਿਣੀ ਤੇ ਬਹਿਣੀ ਦੋਵੇਂ ਜਿਹੜੀਆਂ ਆ ਵੀ ਉਹ ਆਪਸ ਦੇ ਵਿੱਚ ਸਮੇਲ ਉਹਨਾਂ ਦਾ ਹੋ ਕੇ ਤੇ ਜਿਹੜੀ ਇੱਕ ਲੀਡਰਸ਼ਿਪ ਦੀ ਕੁਆਲਿਟੀ ਆ ਵੀ ਉਹ ਬੰਦੇ ਦੇ ਵਿੱਚ ਜਦੋਂ ਆਉਂਦੀ ਸੀ ਤੇ ਉਹ ਫਿਰ ਗਾਂ ਉਹ ਇਹ ਕਹਿੰਦਾ ਨਹੀਂ ਵੀ ਮੈਨੂੰ ਅਕਲ ਆ ਤੇ ਮੈਂ ਲੀਡਰ ਆ, ਉਹ ਫਿਰ ਜਿਹੜੀ ਕੌਮ ਆ ਉਹ ਆਪ ਉਹਨੂੰ ਐਕਸੈਪਟ ਕਰਦੀ ਹੁੰਦੀ। ਬਿਲਕੁਲ। ਸੋ ਉਹ ਸਾਰਾ ਕੁਝ ਅਜੇ ਵੀ ਤਹਿਸ ਨਹਿਸ ਹੋਇਆ ਪਿਆ। ਸਹੀ ਗੱਲ ਹੈ ਜੀ। ਸੋ ਇਹ ਚੀਜ਼ਾਂ ਜਿਹੜੀਆਂ ਵੀ ਇਹ ਸਾਨੂੰ ਕਾਊਂਟਰ ਕਰਨੇ ਦੀ ਲੋੜ ਆ। ਨਹੀਂ ਬਿਲਕੁਲ ਭਾਜੀ, ਉਹੀ ਗੱਲ ਹੋਈ ਆ ਜਾਂਦੀ ਨੇ ਕਿ ਜਿਹੜਾ ਐਕਸਪੀਰੀਅੰਸ ਆ ਉਹ ਤੁਹਾਨੂੰ ਜਿੱਦਾਂ ਆਪਣੇ ਆਪ ਦੇ ਵਿੱਚ ਤੁਹਾਨੂੰ ਗੇਨ ਕਰਨਾ ਪੈਂਦਾ ਆ, ਉਹੋ ਜਿਹੇ ਤਜਰਬੇਕਾਰ ਬੰਦਿਆਂ ਨਾਲ ਵਿਚਰ ਕੇ ਜਾਂ ਉਹੋ ਜੀ ਸੰਗਤ ਕਰਕੇ। ਤਦ ਹੀ ਗੁਰੂ ਸਾਹਿਬ ਨੇ ਸੰਗਤ ਦੇ ਉੱਤੇ ਬੜਾ ਜ਼ੋਰ ਦਿੱਤਾ ਕਿ ਜਿਹੜੀ ਚੰਗੇ ਬੰਦੇ ਦੀ ਸੰਗਤ ਤੁਸੀਂ ਕਰਦੇ ਆ ਤੇ ਤੁਹਾਨੂੰ ਉਸ ਹਿਸਾਬ ਨਾਲ ਤੁਹਾਡੀ ਜਿਹੜੀ ਸੋਚ ਡਿਵੈਲਪ ਹੁੰਦੀ ਰਹਿੰਦੀ ਹੈ। ਤੇ ਖੈਰ ਗੱਲ ਹਾਂਜੀ ਇੱਕ ਮੈਂ ਗੱਲ ਇੱਥੇ ਕਰ ਦੇਵਾਂ ਵੀ ਇਹ ਇੱਥੋਂ ਇਹ ਨਾ ਸਮਝਿਆ ਜਾਵੇ ਵੀ ਅਸੀਂ ਜਿਹੜੀ ਕਿਤਾਬੀ ਪੜ੍ਹਾਈ ਆ ਵੀ ਉਹਨੂੰ ਅਸੀਂ ਕਹਿ ਲਓ ਵੀ ਅਨਇੰਪੋਰਟੈਂਟ ਕਹਿ ਰਹੇ। ਨਹੀਂ ਬਿਲਕੁਲ ਨਹੀਂ, ਕਦੇ ਵੀ ਨਹੀਂ। ਕਿਤਾਬੀ ਪੜ੍ਹਾਈ ਦਾ ਮਹੱਤਵ ਜਿਹੜਾ ਆ ਉਹ ਬਿਲਕੁਲ ਆਪਣੀ ਜਗ੍ਹਾ ਦੇ ਉੱਤੇ ਪੂਰਾ ਆ ਜੀ। ਗੱਲ ਇਹ ਆ ਵੀ ਕਿਤਾਬਾਂ ਦੇ ਵਿੱਚੋਂ ਮੈਨੂੰ ਪੂਰਾ ਪਤਾ ਆ ਭਈ ਟੀਕਾ ਜਿਹੜਾ ਆ ਵੀ ਉਹ ਬਾਂਹ ਦੇ ਵਿੱਚੋਂ ਨਾੜੀ ਕਿੱਥੇ ਲੱਭ ਕੇ ਤੇ ਕਿੱਦਾਂ ਲਾਈਦਾ ਆ, ਪਰ ਜੇ ਮੈਨੂੰ ਕੋਈ ਕਹਿ ਦੇਵੇ ਵੀ ਟੀਕਾ ਲਾ ਦੇ ਤੇ 95% ਗਰੰਟੀ ਆ ਵੀ ਮੇਰੇ ਕੋਲੋਂ ਟੀਕਾ ਨਹੀਂ ਲੱਗਣਾ ਕਿਉਂਕਿ ਮੈਂ ਕਦੀ ਲਾਇਆ ਨਹੀਂ। ਸੋ ਮੈਨੂੰ ਇਹ ਵੀ ਨਹੀਂ ਪਤਾ ਵੀ ਨਾੜ ਜਿਹੜੀ ਆ ਲੱਭ ਕੇ ਤੇ ਉਹਦੇ ਵਿੱਚ ਕਿੱਦਾਂ ਕਿ ਇਹ ਮੇਕ ਸ਼ੋਰ ਕਰਨਾ ਹੁੰਦਾ ਵੀ ਇੱਕ ਪਾਸੇ ਹੁਣ ਕਿ ਦੂਜੇ ਪਾਸੇ ਨੂੰ ਨਿਕਲ ਨਾ ਜਾਵੇ ਸੂਈ ਜਿਹੜੀ ਆ ਵੀ ਉਹ ਨਾੜ ਦੇ ਵਿੱਚ ਰਵੇ। ਸੋ ਉਹ ਚੀਜ਼ਾਂ ਜਿਹੜੀਆਂ ਉਹ ਤਜਰਬੇ ਨਾਲ ਆਉਂਦੀਆਂ। ਨਹੀਂ ਭਾਈ ਤਦੀ ਹੁਣ ਜੇ ਆਪਾਂ ਮੈਡੀਕਲ ਪੜ੍ਹਾਈ ਦਾ ਵੀ ਐਗਜ਼ਾਮਪਲ ਲੈ ਲਈਏ ਉਹਦੇ ਵਿੱਚ ਤਦੀ ਇੱਕ ਪਾਰਟ ਪ੍ਰੈਕਟੀਕਲ ਦਾ ਹੁੰਦਾ ਆ, ਇੱਕ ਪਾਰਟ ਥਿਊਰੀ ਦਾ ਹੁੰਦਾ ਆ, ਤਾਂ ਕਿ ਬੰਦਾ ਡਾਕਟਰ ਜਾਂ ਫਾਰਮਾਸਿਸਟ ਜਾਂ ਨਰਸ ਬਣਦੇ ਉਹਨੂੰ ਇੰਨਾ ਕੁ ਤਜਰਬਾ ਜ਼ਰੂਰ ਹੋਵੇ। ਬਾਕੀ ਚਲੋ ਜਿਹੜਾ ਜੌਬ ਦਾ ਤਜਰਬਾ ਉਹ ਤਾਂ ਹੋਣਾ ਹੀ ਹੋਣਾ ਆ, ਇੰਨਾ ਕੁ ਤਜਰਬਾ ਜ਼ਰੂਰ ਹੋਵੇ ਕਿ ਜੋ ਉਹਨੇ ਪੜ੍ਹਿਆ ਹੈ ਉਹ ਅਪਲਾਈ ਜ਼ਰੂਰ ਕਰ ਸਕੇ। ਤਾਂ ਉਹ ਜ਼ਰੂਰ ਜਿਹੜਾ ਪ੍ਰੈਕਟੀਕਲਿਟੀ ਤਾਂ ਬਿਲਕੁਲ ਬਹੁਤ ਇੰਪੋਰਟੈਂਟ ਆ ਕਿਤਾਬੀ ਪੜ੍ਹਾਈ ਦੇ ਨਾਲ। ਬਿਲਕੁਲ। ਤੇ ਉਹਦੇ ਵਿੱਚ ਹੀ ਹੁਣ ਜਿਹੜੀ ਅਗਲੀ ਉਦਾਹਰਣ ਆ ਵੀ ਆਪਾਂ ਸੁਖਦੇਵ ਸਿੰਘ ਜਰਮਨੀ ਉਹਨਾਂ ਦੀ ਵੀ ਲੈ ਸਕਦੇ ਹਾਂ। ਹਾਂਜੀ ਬਿਲਕੁਲ। ਭਈ ਉਹਨਾਂ ਨੇ ਕਿਤਾਬੀ ਪੜ੍ਹਾਈ ਜਿਹੜੀ ਆ ਵੀ ਉਹ ਕੀਤੀ ਆ ਤਾਂ ਕਰਕੇ ਉਹਨਾਂ ਨੂੰ ਪਤਾ ਆ ਭਈ ਜਿਹੜੇ ਇਹ ਬਿਨਾਂ ਪੜ੍ਹਾਈ ਵਾਲੇ ਢੱਗੇ ਨੇ ਭਈ ਇਹਨਾਂ ਦੀਆਂ ਗੱਲਾਂ ਦੀ ਛਿੱਲ ਕਿੱਦਾਂ ਲਾਉਣੀ ਭਈ ਜਿਹੜੀ ਇਹਨਾਂ ਦੀ ਕਹਿ ਲਓ ਭਈ ਗੈਰ ਤਾਰਕਿਕ ਜਿਹੜੀਆਂ ਗੱਲਾਂ ਨੇ ਭਈ ਤਰਕ ਵਹੂਣੀਆਂ ਜਿਹੜੀਆਂ ਗੱਲਾਂ ਨੇ ਵੀ ਉਹਨਾਂ ਨੂੰ ਕਿਵੇਂ ਲੋਕਾਂ ਦੇ ਸਾਹਮਣੇ ਪੇਸ਼ ਕਰਨਾ। ਬਿਲਕੁਲ। ਔਰ ਉਹ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਵੀ ਉਹਨਾਂ ਨੇ ਵੀ ਇਹਨਾਂ ਨੂੰ ਏਦਾਂ ਨੰਗਿਆ ਕੀਤਾ ਆ ਵੀ ਇਹ ਵਿਚਾਰਿਆਂ ਨੂੰ ਵੀ ਲੁਕਣ ਦੀ ਜਗ੍ਹਾ ਵੀ ਨਹੀਂ ਮਿਲ ਰਹੀ ਹੁਣ। ਬਿਲਕੁਲ ਸਹੀ ਗੱਲ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੀ ਗੱਲ ਸਿਰਫ ਸਾਡੀ ਜਿਹੜੀ ਆ ਵੀ ਕਰਨੇ ਦਾ ਮਤਲਬ ਇਹ ਆ ਭਈ ਜਿਹੜਾ ਤਜਰਬਾ ਆ ਭਾਵੇਂ ਉਹ ਡਿਪਲੋਮੇਸੀ ਦਾ ਆ ਭਾਵੇਂ ਉਹ ਸਰਕਾਰਾਂ ਚਲਾਉਣੇ ਦਾ ਸਰਕਾਰੀ ਸਿਸਟਮ ਚਲਾਉਣੇ ਦਾ ਆ
ਉਹ ਤਜਰਬਾ ਜਿਹੜਾ ਆ ਵੀ ਉਹ ਸਾਡੀ ਕੌਮ ਦੇ ਵਿੱਚ ਦਿਨੋਂ ਦਿਨ ਘਟ ਰਿਹਾ। ਬਿਲਕੁਲ। ਹੁਣ ਉਹਦੇ ਵਿੱਚ ਹੀ ਆ ਇਹ ਭਈ ਜਿਹੜੀ ਗੱਲ ਖਾਲਿਸਤਾਨ ਦੀ ਵੀ ਆਉਂਦੀ ਹੁੰਦੀ ਆ ਜੀ, ਭਈ ਜਿਹੜੇ ਇੱਕ ਪੁਰਾਣੀ ਗੱਲ ਹੋ ਗਈ ਵੀ ਫੇਸਬੁੱਕ ਛੱਡਿਆ ਵੀ ਹੁਣ ਤੇ 3 ਸਾਲ ਹੋ ਗਏ ਜੀ, ਭਈ ਉਹਦੇ ਵਿੱਚ ਵੀ ਫੇਸਬੁੱਕ ਦੇ ਉੱਤੇ ਇੱਕ ਵਾਰੀ ਮੈਂ ਲਿਖਿਆ ਸੀਗਾ ਭਈ ਜੇ ਖਾਲਿਸਤਾਨ ਤੁਸੀਂ ਬਣਾਉਨੇ ਆ ਜਿੱਦਾਂ ਤੁਸੀਂ ਚਿਤਵ ਰਹੇ ਆ ਜੀ, ਭਈ ਉਹਦੇ ਵਿੱਚ ਇਹ ਦੱਸ ਦਿਓ ਵੀ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਜਿਹੜਾ ਹੋਣਾ ਆ ਵੀ ਇਲੈਕਸ਼ਨਾਂ ਹੋਣੀਆਂ। ਉਹ ਕਹਿੰਦੇ ਜੀ ਹਾਂ ਹੋਣੀਆਂ ਜੀ। ਮੈਂ ਕਿਹਾ ਵੀ ਇਲੈਕਸ਼ਨਾਂ ਦੇ ਵਿੱਚ ਵੀ ਮੰਨ ਲਓ ਵੀ ਕੋਈ ਗੈਰ ਸਿੱਖ ਜਿਹੜਾ ਆ ਵੀ ਉਹਨੂੰ ਚੁਣ ਲੈਂਦੇ ਆ, ਫਿਰ ਤੁਸੀਂ ਕੀ ਕਰੋਗੇ? ਨਹੀਂ ਨਹੀਂ ਇਦਾਂ ਹੋ ਹੀ ਨਹੀਂ ਸਕਦਾ ਕਿ ਵੀ ਮੈਂ ਕਿਹਾ ਵੀ ਜੇ ਤੁਸੀਂ ਸੰਵਿਧਾਨ ਦੇ ਵਿੱਚ ਇਹ ਲਿਖ ਦਿੰਦੇ ਆ ਭਈ ਸਵਾਏ ਸਿੱਖ ਤੋਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਕੋਈ ਗੈਰ ਸਿੱਖ ਬਣ ਹੀ ਨਹੀਂ ਸਕਦਾ ਜੀ, ਤੇ ਫਿਰ ਤੁਸੀਂ ਵੈਸੇ ਹੀ ਜਿਹੜਾ ਗੁਰੂ ਪਾਤਸ਼ਾਹ ਦਾ ਸਿਧਾਂਤ ਆ ਵੀ ਉਹਦੇ ਨਾਲ ਧੱਕਾ ਕਮਾ ਰਹੇ ਆ ਤੇ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਵੀ ਬਿਲਕੁਲ ਹੀ ਘਟੀਆ ਪੱਧਰ ਦੇ ਉੱਤੇ ਲਿਜਾ ਕੇ ਖੜਾ ਕਰ ਲੈਂਦੇ ਆ ਭਈ ਇਹ ਉਹ ਬੰਦੇ ਨੇ ਵੀ ਜਿਹੜੇ ਸਾਰੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਬਰਾਬਰ ਦਾ ਹੱਕ ਨਹੀਂ ਦਿੰਦੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੀ ਇਹ ਤੁਹਾਨੂੰ ਪਹਿਲਾਂ ਵਿਚਾਰਨੀਆਂ ਪੈਣੀਆਂ ਵੀ ਜਿਹੜੀਆਂ ਈਵਨ ਭਈ ਇਹੋ ਜਿਹਾ ਸੰਕਲਪ ਜਿਹੜਾ ਆ ਖਾਲਿਸਤਾਨ ਵਾਲਾ ਵੀ ਜਿਹਨੂੰ ਵੀ ਅਖੇ ਵੀ ਅਸੀਂ ਕਈ ਵਾਰੀ ਤੇ ਬਿਨਾਂ ਸੋਚਿਆ ਸਮਝਿਆ ਹੀ ਸਪੋਰਟ ਦੇ ਦੀ ਆ ਵੀ ਉਹਦੇ ਵਿੱਚ ਵੀ ਸਾਨੂੰ ਇਹ ਵਿਚਾਰਨੇ ਦੀ ਲੋੜ ਆ ਵੀ ਖਾਲਿਸਤਾਨ ਦਾ ਸੰਕਲਪ ਆਪਣੀ ਜਗ੍ਹਾ ਤੇ ਆ, ਕੌਮੀ ਆਜ਼ਾਦੀ ਦਾ ਸੰਕਲਪ ਆਪਣੀ ਜਗ੍ਹਾ ਤੇ। ਇਹਨਾਂ ਦੋਵਾਂ ਨੂੰ ਰਲਗੱਡ ਵੀ ਕਰਨਾ ਜਿਹੜਾ ਆ ਉਹ ਆਪਣੇ ਪੈਰ ਤੇ ਘਲਾੜੀ ਮਾਰਨੇ ਵਾਲਾ ਕੰਮ ਆ। ਸਹੀ ਗੱਲ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਨੂੰ ਬਿਲਕੁਲ ਐਨ ਵੀ ਕਹਿ ਲਓ ਵੀ ਪੂਰੀਆਂ ਧੁਰ ਤੱਕ ਵਿਚਾਰਨੇ ਦੀ ਲੋੜ ਆ ਭਈ ਤਾਂ ਕਿ ਵੀ ਸਾਡਾ ਕੱਲਾ ਕੱਲਾ ਨਿਆਣਾ, ਕੱਲਾ ਕੱਲਾ ਨੌਜਵਾਨ, ਕੱਲਾ ਕੱਲਾ ਬਜ਼ੁਰਗ ਜਿਹੜਾ ਆ ਵੀ ਉਹ ਇਹਨਾਂ ਸੰਕਲਪਾਂ ਨੂੰ ਸਮਝਦਾ ਹੋਵੇ। ਸਹੀ ਗੱਲ ਹੈ। ਤੇ ਤਾਂ ਹੀ ਜਿਹੜੀ ਆ ਵੀ ਇੱਕ ਕੌਮੀ ਵਿਚਾਰ ਜਿਹੜੀ ਆ ਵੀ ਉਹ ਸ਼ੁਰੂ ਹੋ ਸਕਦੀ ਆ ਤੇ ਸਾਰਥਕ ਨਤੀਜੇ ਜਿਹੜੇ ਆ ਵੀ ਉਹ ਦੇ ਸਕਦੀ ਆ। ਨਹੀਂ ਬਿਲਕੁਲ ਸਹੀ ਗੱਲ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਇਹ ਅਸੀਂ ਵਿਚਾਰੀਏ ਜੀ ਤੇ ਇਹਨਾਂ ਦੇ ਉੱਤੇ ਅਮਲ ਜਿਹੜਾ ਆ ਵੀ ਉਹ ਕਰਨੇ ਦੇ ਢੰਗ ਤਰੀਕੇ ਜਿਹੜੇ ਆ ਵੀ ਉਹ ਕਰੀਏ। ਤੇ ਬਾਕੀ ਜਿਹੜੀ ਗੱਲ ਇਹ ਆ ਨਾ ਭਈ ਹਸਪਤਾਲ ਬਣਾਉਣੇ ਵਾਲੀ ਵੀ ਜਿਹਦੇ ਵਿੱਚ ਉਹ ਵੀਰਾਂ ਦਾ ਕਹਿਣਾ ਸੀਗਾ ਵੀ ਬੈੱਡ ਜਿਹੜੇ ਆ ਵੀ ਉਹ ਸਾਡੇ ਲਈ ਰਿਜ਼ਰਵ ਹੋਣ, ਉਹ ਆਪਣੇ ਜਿਹੜੇ ਅਦਾਰੇ ਆ ਉਹ ਕਾਇਮ ਕਰਨੇ ਦਾ ਟੀਚਾ ਇਹ ਨਹੀਂ ਹੁੰਦਾ ਵੀ ਜਦੋਂ ਮੈਨੂੰ ਲੋੜ ਪਈ ਉਸ ਵੇਲੇ ਮੈਨੂੰ ਜਿਹੜਾ ਆ ਵੀ ਅਵੇਲੇਬਲ ਹੋ ਜਾਵੇ। ਟੀਚਾ ਇਹ ਹੁੰਦਾ ਆ ਭਈ ਉਹ ਕਹਿ ਲਓ ਸਕਿੱਲ ਜਿਹੜੀ ਆ ਜੀ ਉਹ ਸਾਡੇ ਕੋਲੇ ਹੋਵੇ ਭਈ ਜਦੋਂ ਮੰਨ ਲਓ ਵੀ ਸਾਡਾ ਕੋਈ ਲੀਡਰ ਜਿਹੜਾ ਆ ਭਈ ਜਿਹੜੀ ਜਿੱਦਾਂ ਹੁਣ ਜਨਾਹ ਦੀ ਉਦਾਹਰਨ ਲੈ ਲਓ ਭਈ ਜਨਾਹ ਨੂੰ ਕੈਂਸਰ ਸੀਗਾ ਤੇ ਉਹਦੇ ਜਿਹੜੇ ਡਾਕਟਰ ਉਹਨੂੰ ਟਰੀਟ ਕਰ ਰਹੇ ਸੀ, ਇਲਾਜ ਕਰ ਰਹੇ ਸੀ ਉਹਦਾ ਜੀ, ਤੇ ਈਵਨ ਉਹਦਾ ਸੈਕਟਰੀ ਤੇ ਹੋਰ ਸਾਰੇ ਜਿਹੜੇ ਆਲੇ ਦੁਆਲੇ ਉਹਦੇ ਬੰਦੇ ਸੀਗੇ ਉਹਨਾਂ ਸਾਰਿਆਂ ਨੂੰ ਪਤਾ ਸੀਗਾ ਭਈ ਜੇ ਇਹ ਗੱਲ ਲੀਕ ਹੋ ਗਈ ਵੀ ਇਹਨੂੰ ਕੈਂਸਰ ਆ ਜੀ ਤੇ ਜਿਹੜੀ ਲੀਡਰਸ਼ਿਪ ਇਧਰੋਂ ਆ ਕਾਂਗਰਸ ਦੀ ਵੀ ਉਹਨੇ ਜਿਹੜੀ ਆਜ਼ਾਦੀ ਆ ਵੀ ਉਹ ਭਾਵੇਂ 47 ਵਾਲੀ ਜਿਹੜੀ ਆ ਵੀ ਉਹਨੂੰ ਸਾਲ 2 ਸਾਲ ਅੱਗੇ ਪਾ ਦੇਣ ਭਈ ਠੀਕ ਆ ਵੀ ਇੱਕ ਵਾਰੀ ਜਨਾਹ ਮਰ ਗਿਆ ਤੇ ਫਿਰ ਅਸੀਂ ਦੂਸਰਿਆਂ ਨਾਲ ਨੈਗੋਸ਼ੀਏਟ ਤੇ ਬੜੇ ਵਧੀਆ ਤਰੀਕੇ ਨਾਲ ਕਰ ਲੈਣਾ ਜੀ, ਤੇ ਉਹ ਜਿਹੜੀ ਗੱਲ ਆ ਉਹ ਲੀਕ ਹੀ ਨਹੀਂ ਹੋਈ। ਸੋ ਸਾਡੇ ਆਲੇ ਦੁਆਲੇ ਉਹੋ ਜਿਹਾ ਸਟਰਕਚਰ ਹੈ ਨਹੀਂਗਾ ਨਾ, ਸਾਡੇ ਕੋਲੇ ਆਪਣੇ ਇਲਾਜ ਕਰਨੇ ਵਾਲੇ ਇਦਾਂ ਦੇ ਆ ਵੀ ਜਿਨ੍ਹਾਂ ਦੀ ਕਹਿ ਲਓ ਵੀ ਕੌਮ ਪ੍ਰਸਤੀ ਪ੍ਰਤੀ ਤੇ ਵਾਹਿਗੁਰੂ ਤੇ ਗੁਰੂ ਨਾਲ ਜਿਹੜੀ ਵਫਾਦਾਰੀ ਆ ਭਈ ਉਹਦੇ ਉੱਤੇ ਸਾਨੂੰ 100% ਯਕੀਨ ਹੋਵੇ ਵੀ ਉਹ ਬੰਦੇ ਸਾਨੂੰ ਲੱਭਣੇ ਪੈਣੇ ਆ ਭਈ ਜੇ ਅਸੀਂ ਕਹਿੰਦੇ ਆ ਨਾ ਵੀ ਅੱਜ ਅਸੀਂ ਕਹੀਏ ਵੀ ਇਹ ਕੋਈ ਡਾਕਟਰ ਦੱਸ ਦਿਓ ਵੀ ਜਿਹੜਾ ਵੀ ਇਹ ਗੁਰੂ ਨੂੰ ਪੂਰਾ ਐਨ ਪ੍ਰਣਾਇਆ ਹੋਵੇ ਤੇ ਗੁਰੂ ਦੇ ਨਾਲ ਉਹਦੀ ਪਹਿਲੀ ਮੁੱਢਲੀ ਵਫਾਦਾਰੀ ਹੋਵੇ ਤੇ ਕਿਸੇ ਹੋਰ ਨਾਲ ਨਾ ਹੋਵੇ। ਲਓ ਤੁਸੀਂ ਆਪ ਆਪਣੇ ਪੱਧਰ ਤੇ ਸੋਚ ਕੇ ਦੇਖ ਲਓ ਤੁਹਾਡੇ ਦਿਮਾਗ ਦੇ ਵਿੱਚ ਕੋਈ ਨਾਮ ਆਉਂਦੇ ਆ। ਇਦਾਂ ਹੀ ਮਤਲਬ ਤੁਸੀਂ ਹਰੇਕ ਫੀਲਡ ਦੇ ਜਿਹੜੇ ਆ ਕੋਈ ਫੌਜੀ ਜਰਨੈਲ ਦੇਖ ਲਓ, ਕੋਈ ਹੋਰ ਕਿਸੇ ਵੀ ਖੇਤਰ ਦਾ ਜਿਹੜਾ ਆ ਵੀ ਉਹ ਦੇਖ ਲਓ ਵੀ ਉਹ ਬੰਦਾ ਸਾਡੀ ਕੌਮ ਦਾ ਵੀ ਜਿਹਦੀ ਮੁੱਢਲੀ ਵਫਾਦਾਰੀ ਜਿਹੜੀ ਆ ਵੀ ਉਹ ਗੁਰੂ ਦੇ ਨਾਲ ਆ, ਕੌਮ ਦੇ ਨਾਲ ਆ, ਹੋਰ ਕਿਸੇ ਨਾਲ ਨਹੀਂ ਗੀ ਵੀ ਉਹ ਨਾਮ ਜਿਹੜਾ ਆ ਉਸ ਖੇਤਰ ਦੇ ਵਿੱਚੋਂ ਸੋਚ ਕੇ ਵੇਖ ਲਓ ਵੀ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ। ਗੱਲ ਹੋਈ ਹੈ ਨਾ ਭਾਜੀ ਕਿ ਜਿੱਦਾਂ ਹੁਣ ਆਪ ਜੀ ਜ਼ਿਕਰ ਹੀ ਕਰ ਰਹੇ ਸੀਗੇ ਕਿ ਉਹ ਇੱਕ ਸਟੈਂਡਰਡ ਘਟਦਾ ਜਾ ਰਿਹਾ ਨਾ, ਮਤਲਬ ਪਹਿਲਾਂ ਸੀਗੇ ਪਹਿਲਾਂ ਹੁਣ ਹੋਰ ਵੀ ਕਈ ਜਦੋਂ ਆਪਾਂ ਇਤਿਹਾਸ 'ਚ ਨਜ਼ਰ ਮਾਰਦੇ ਜੇ ਆਪਾਂ 40-50 ਸਾਲ ਪਿੱਛੇ ਵੀ ਚੱਲ ਜਾਈਏ ਸਾਨੂੰ ਚੰਗੇ ਲਿਖਾਰੀ ਮਿਲਦੇ ਆ ਜਿਹੜੇ ਗੁਰੂ ਨਾਲ ਜਿਨ੍ਹਾਂ ਦੀ ਪੂਰੀ ਮੁੱਢਲੀ ਵਫਾਦਾਰੀ ਹੈਗੀ ਹੈ, ਲੇਕਿਨ ਅੱਜ ਉਹ ਲੱਭਣੇ ਬੜੇ ਕਹਿ ਲਓ ਕਿ ਔਖਾ ਕੰਮ ਹੈਗਾ ਕਿ ਇਹੋ ਜਿਹੇ ਲਿਖਾਰੀ ਲੱਭਣੇ, ਇਹੋ ਜਿਹੇ ਇਤਿਹਾਸਕਾਰ ਲੱਭਣੇ ਜਾਂ ਇਹੋ ਜਿਹੇ ਕੀਰਤਨੀਏ ਲੱਭਣੇ, ਗ੍ਰੰਥੀ ਸਿੰਘ ਲੱਭਣੇ ਜਾਂ ਹੋਰ ਕਿਹੜੀ ਕੋਈ ਵੀ ਕੈਟਾਗਰੀ ਚੱਕ ਲਵੋ ਤੇ ਅੱਜ ਤੋਂ 40-50 ਸਾਲ ਪਹਿਲਾਂ ਸੀਗੇ, ਲੇਕਿਨ ਉਹ ਸਰਕਾਰਾਂ ਨੇ ਉਹ ਖੇਡ ਹੀ ਐਸੀ ਖੇਡੀ ਹੈ ਕਿ ਹੌਲੀ ਹੌਲੀ ਉਹ ਸਟੈਂਡਰਡ ਘਟਦਾ ਜਾ ਰਿਹਾ ਹੈਗਾ। ਨਹੀਂ ਉਹ ਇਹ ਗੱਲ ਸਹੀ ਹੈ ਤੁਹਾਡੀ ਵੀ ਜਦੋਂ ਤੁਸੀਂ ਕਹਿੰਦੇ ਵੀ ਅੱਜ ਤੋਂ 40-50 ਸਾਲ ਪਹਿਲਾਂ ਸੀਗੇ ਜੀ
ਕਿਉਂਕਿ ਜੋ 80ਵੇਂ 90ਵੇਂ ਦੇ ਵਿੱਚ ਹੋਇਆ ਆ ਨਾ, ਜੀ ਅਸੀਂ ਤੇ ਸਿਰਫ ਅਜੇ ਨੰਬਰਾਂ ਨੂੰ ਹੀ ਵੇਖਦੇ ਪਏ ਆ ਵੀ ਸਾਡਾ ਇੰਨਾ ਨੌਜਵਾਨ ਮਾਰ ਦਿੱਤਾ, ਇੰਨੀਆਂ ਬੀਬੀਆਂ ਜਿਹੜੀਆਂ ਵੀ ਉਹ ਬੇਹੁਰਮਤ ਕੀਤੀਆਂ ਤੇ ਹੋਰ ਸਾਰਾ ਕੁਝ ਜਿਹੜਾ ਅਜੇ ਅਸੀਂ ਉਹ ਨੰਬਰ ਵੇਖ ਰਹੇ ਆ। ਜੀ ਅਸੀਂ ਅਜੇ ਉਹ ਗਰੀਬੀ ਨਹੀਂ ਵੇਖ ਰਹੇ ਵੀ ਜਿਹੜੀ ਸਕਿੱਲਸ ਦੀ ਪਾਵਰਟੀ ਆ, ਜਿਹੜੀਆਂ ਸਾਡੇ ਕੋਲੇ ਕਲਾ ਸੀਗੀਆਂ, ਬਿਲਕੁਲ ਉਹ ਜਿਹੜੇ ਕਲਾ ਕਹਿ ਲਓ ਵੀ ਪੀੜ੍ਹੀਆਂ ਤੋਂ ਲਈ ਆਉਂਦੇ ਸੀ ਤੇ ਪਾਸ ਔਨ ਕਰਦੇ ਪਏ ਸੀ, ਜੀ ਜਦੋਂ ਉਹ ਇਸ ਸਮੇਂ ਦੇ ਦੌਰਾਨ ਮਾਰ ਦਿੱਤੇ ਗਏ ਆ ਤੇ ਉਹਨਾਂ ਦੀ ਕੌਣ ਮਾਰ ਗਿਆ, ਕਿੱਦਾਂ ਅਣਪਛਾਤੇ ਵਿਅਕਤੀ ਬਸ ਕਹਿ ਕੇ ਤੇ ਜਾਂ ਇਹ ਕਹਿ ਕੇ ਵੀ ਜੀ ਉਹਨੇ ਫਲਾਣੇ ਐਂ ਕਹਿਤਾ ਸੀਗਾ ਤੇ ਤਾਂ ਕਰਕੇ ਵੀ ਇਹ ਜੀ ਵੀ ਕੋਈ ਖਾੜਕੂ ਜਥੇਬੰਦੀ ਜਿਹੜੀ ਆ ਵੀ ਉਹ ਮਾਰ ਗਈ। ਜੀ ਉਹ ਸਾਰਾ ਕੁਝ ਜਿਹੜਾ ਆ ਉਹ ਸਰਕਾਰੀ ਪਲਾਨ ਦਾ ਹਿੱਸਾ ਹੀ ਸੀ। ਬਿਲਕੁਲ ਵੀ ਜਿਹਦੇ ਵਿੱਚ ਜਿਹੜੀ ਅੱਜ ਅਸੀਂ ਐਕਸਪੀਰੀਅੰਸ ਦੀ ਘਾਟ ਦੀ ਗੱਲ ਕਰ ਰਹੇ ਹਾਂ, ਇਹਦੀਆਂ ਜੜ੍ਹਾਂ ਵੀ ਉੱਥੇ ਤੱਕ ਹੀ ਜਾਂਦੀਆਂ, ਉੱਥੇ ਤੱਕ ਹੀ ਜਾਂਦੀਆਂ। ਉਹਦੀ ਉਦਾਹਰਨ ਇਹ ਲੈ ਲਓ ਵੀ ਜਿਹੜਾ ਆਪਣਾ ਸੀਗਾ MS ਰੰਧਾਵਾ, ਹਾਂਜੀ, ਜਿਹਨੇ ਚੰਡੀਗੜ੍ਹ ਜਿਹੜਾ ਆ ਸ਼ਹਿਰ ਵਸਾਉਣ ਦੇ ਵਿੱਚ ਵੀ ਬਣਾਉਣ ਦੇ ਵਿੱਚ ਜਿਹੜਾ ਆ ਵੀ ਉਹ ਇੱਕ ਅਹਿਮ ਰੋਲ ਨਿਭਾਇਆ। ਫਿਰ ਜਿਹੜਾ ਦੂਸਰਾ ਮਿਊਜ਼ੀਅਮ ਆ ਚੰਡੀਗੜ੍ਹ ਦਾ 10 ਸੈਕਟਰ ਵਾਲਾ, ਉਹਦੇ ਵਿੱਚ ਮੁੱਖ ਰੋਲ ਨਿਭਾਇਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿਹੜੀ ਆ ਉਹਦਾ ਪਹਿਲਾ ਵਾਈਸ ਚਾਂਸਲਰ ਹੋਈ। ਉਹ ਸਾਰਾ ਕੁਝ ਜਿਹੜਾ ਆ ਵੀ ਉਹ ਬੰਦੇ ਦੀ ਇੰਨੀ, ਤੁਸੀਂ ਵੇਖੋ ਵੀ ਜਦੋਂ 47 ਦੇ ਵਿੱਚ ਵੀ ਨਹਿਰੂ ਇਹ ਆਰਡਰ ਕਿੰਗ ਕਰਦਾ ਆ ਭਈ ਸਿੱਖ ਜਿਹੜੇ ਆ ਵੀ ਇਹਨਾਂ ਨੂੰ ਦਿੱਲੀ ਦੇ ਆਲੇ ਦੁਆਲੇ ਨਾ ਵੀ ਵਸਣ ਦਿਓ, ਜਿਹੜੇ ਉਧਰੋਂ ਪਾਕਿਸਤਾਨ ਵੱਲੋਂ ਉੱਜੜ ਕੇ ਤੇ ਆ ਰਹੇ ਆ ਇੱਧਰ, ਜੀ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਇਹ ਵੀ ਇੱਧਰ ਦਿੱਲੀ ਦੇ ਨੇੜੇ ਤੇੜੇ ਨਾ ਇਹਨਾਂ ਨੂੰ ਵਸਣ ਦਿਓ। ਤੇ ਉਹ MS ਰੰਧਾਵਾ ਆ ਵੀ ਜਿਹੜਾ ਉੱਥੇ ਹੈਗਾ ਮੋਨਾ ਸੀਗਾ ਤੇ ਇਹਨੇ ਨਹਿਰੂ ਨੇ ਸਮਝਿਆ ਵੀ ਇਹ ਕੋਈ ਨਾ ਆਪਣਾ ਹੀ ਆ ਤੇ ਉਹਨੂੰ ਆਹ ਗੱਲ ਕਹਿ ਬੈਠਾ। ਤੇ ਜਿਹੜੀ ਉਹਦੀ ਸਿੱਖੀ ਸੀਗੀ ਉਹਨੇ ਫਿਰ ਵੀ ਉਸ ਪਾਸਿਓਂ ਵੀ ਸਾਡੀ ਕੌਮ ਦਾ ਬਚਾਅ ਕੀਤਾ ਤੇ ਉਹ ਕਹਾਣੀ ਜਿਹੜੀ ਆ ਵੀ ਉਹ ਬਾਹਰ ਨਿਕਲੀ ਆ। ਤੇ ਜੇ ਉਹ ਨਾ ਹੁੰਦਾ ਜਾਂ ਉਹਦੇ ਕੋਲੇ ਤਜਰਬਾ ਨਾ ਹੁੰਦਾ ਜਾਂ ਉਹਦੀ ਵਫਾਦਾਰੀ ਜਿਹੜੀ ਆ ਵੀ ਕੌਮ ਦੇ ਨਾਲ ਨਾ ਹੁੰਦੀ, ਫਿਰ ਤੁਸੀਂ ਵੇਖੋ ਵੀ ਉਹ ਕੀ ਕੁਛ ਜਿਹੜਾ ਆ ਵੀ ਉਹ ਹੋਣਾ ਸੀਗਾ। ਸਹੀ ਗੱਲ। ਤੇ ਜੋ ਹੋਇਆ ਆ ਉਹ ਤੋਂ ਕਿਤੇ ਬਦਤਰ ਹੋਣਾ ਸੀ। ਬਿਲਕੁਲ ਬਿਲਕੁਲ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਅੱਜ ਤੁਸੀਂ ਲੱਭ ਲਓ MS ਰੰਧਾਵੇ ਵਰਗੇ, ਬਿਲਕੁਲ ਸਹੀ ਗੱਲ ਹੈ ਵੀ ਜਿਹੜੇ ਸਰਕਾਰੀ ਨੌਕਰੀਆਂ ਦੇ ਵਿੱਚ ਹੋਣ ਤੇ ਇੰਨੀ ਹਿੰਮਤ ਰੱਖਦੇ ਹੋਣ ਵੀ ਜਿਹੜਾ ਉੱਪਰੋਂ ਕੋਈ ਹੁਕਮ ਆ ਰਿਹਾ ਆ ਵੀ ਉਹਦੇ ਬਾਰੇ ਕੌਮ ਨੂੰ ਅਗਾਹ ਕਰ ਸਕਦੇ ਹੋਣ ਵੀ ਭਾਈ ਵੀ ਤੁਹਾਡੇ ਹੁਣ ਆ ਜਿਹੜਾ ਭਵਿੱਖ ਆ ਉਹਦੀਆਂ ਰਾਹਾਂ ਦੇ ਵਿੱਚ ਵੀ ਆਹ ਕੰਡੇ ਜਿਹੜੇ ਵੀ ਇਹ ਬੀਜੇ ਜਾ ਰਹੇ ਬਿਲਕੁਲ। ਸੋ ਨਹੀਂ, ਉਹ ਤਾਂ ਜੀ ਮਾਚੀ ਮਾਰ ਦਿੱਤੇ ਜੀ, ਪੂਰੀ ਤਰ੍ਹਾਂ ਖਤਮ ਹੀ ਕਰ ਦਿੱਤਾ ਹੈਗਾ ਉਹ। ਤੇ ਕਈ ਵਾਰ ਤਾਂ ਅਸੀਂ ਆਮ ਵੀ ਆਪਸ 'ਚ ਕਈ ਵਾਰ ਗੱਲ ਕਰਦੇ ਹੁੰਦੇ, ਘਰੇ ਵੀ ਗੱਲ ਕਰਦੇ ਹੁੰਦੇ। ਹੁਣ ਜਦੋਂ 84 ਵਾਪਰੀ ਹੈ ਭਾਜੀ, ਜਿਹੜੀ ਤੁਸੀਂ ਕਹਿੰਦੇ ਨਾ ਪੀੜ੍ਹੀ ਦਰ ਪੀੜ੍ਹੀ ਇੱਕ ਕਲਾ ਆ ਰਹੀ ਸੀ ਉਹ ਖਤਮ ਕਰ ਦਿੱਤੀ ਹੈ। ਹੁਣ ਉਸੇ ਹੀ ਪੈਟਰਨ ਦੇ ਉੱਤੇ, ਉਸੇ ਹੀ ਤਰਜ਼ ਦੇ ਉੱਤੇ ਹੁਣ ਜਦੋਂ 84 ਵਾਪਰੀ ਹੈਗੀ ਹੈ, ਹੁਣ ਜਿਨ੍ਹਾਂ ਦੇ ਮਤਲਬ ਪਰਿਵਾਰ ਚਲੋ ਖਤਮ ਕਰ ਦਿੱਤੇ। ਹੁਣ ਜਿਹੜੇ ਬੱਚੇ ਜਾਂ ਹੈ ਨਾ ਜਿਹੜੇ ਬੱਚੇ ਅਨਾਥ ਹੋ ਗਏ ਆ, ਉਹਨਾਂ ਦਾ ਭਵਿੱਖ ਕੀ ਰਹਿ ਗਿਆ? ਬਿਲਕੁਲ ਪਿਓ ਮਾਰ ਕੇ, ਜਿੱਦਾਂ ਹੁਣ ਕਹਿ ਦਿੰਦੇ ਕਿ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਫਾਦਰ ਸੀਗਾ ਹਾਂਜੀ ਬ੍ਰੈਡ ਵਿਨਰ ਸੀਗਾ, ਉਹੀ ਜਿਹੜਾ ਰੋਟੀ ਕਮਾ ਕੇ ਲਿਆਂਦਾ ਸੀਗਾ, ਉਹਦੀ ਤਨਖਾਹ ਨਾਲ ਹੀ ਸਾਰੇ ਘਰ ਦੇ ਖਰਚੇ ਚੱਲਦੇ ਸੀਗੇ, ਪੜ੍ਹਾਈ ਦਾ ਖਰਚਾ ਮਤਲਬ ਮਾਇਕ ਪਾਸਿਓਂ ਦੇਖਣਾ ਹੈ ਤਾਂ ਤੇ ਉਹ ਸਾਰਾ ਕੁਝ ਉਹਦੇ ਤੇ ਡਿਪੈਂਡ ਸੀਗਾ। ਉਹ ਖਤਮ ਕਰ ਦਿੱਤਾ ਉਹਨਾਂ ਨੇ। ਉਹ ਜਦੋਂ ਖਤਮ ਕਰ ਦਿੱਤਾ ਤੇ ਉਹਨਾਂ ਦੀ ਪੜ੍ਹਾਈ ਰੁਕ ਗਈ, ਉਹਨਾਂ ਦਾ ਚੰਗਾ ਖਾਣ ਪੀਣ ਰੁਕ ਗਿਆ। ਚਲੋ ਖਾਣ ਪੀਣ ਦੀ ਆਪਾਂ ਸੈਕੰਡਰੀ ਲੈ ਲਈਏ, ਪੜ੍ਹਾਈ ਰੁਕ ਗਈ। ਪੜ੍ਹਾਈ ਰੁਕਣ ਕਰਕੇ ਉਹ ਫਿਰ ਪੜ੍ਹ ਨਹੀਂ ਸਕੇ, ਚੰਗੀਆਂ ਨੌਕਰੀਆਂ ਨਹੀਂ ਕਰ ਸਕੇ, ਚੰਗੇ ਮਹਿਕਮਿਆਂ 'ਚ ਨਹੀਂ ਜਾ ਸਕੇ। ਫਿਰ ਉਹ ਛੋਟੇ ਮੋਟੇ ਕੰਮ ਕਰਨ ਲੱਗ ਗਏ। ਤੇ ਉਹ ਹੁਣ ਤੁਸੀਂ ਉਹ ਦੇਖੋ ਕਿ ਉਹ ਗੈਪ ਪੈਣ ਕਰਕੇ ਮਤਲਬ ਉਹ ਇਹ ਨਹੀਂ ਕਿ 1-2 ਪਰਿਵਾਰਾਂ ਦਾ ਗੈਪ ਹੈ, ਉਹ ਸੈਂਕੜੇ ਹਜ਼ਾਰਾਂ ਪਰਿਵਾਰਾਂ ਦਾ ਗੈਪ ਪੈ ਗਿਆ। ਤੇ ਹੁਣ ਉਹਨਾਂ ਨੂੰ ਉੱਠਣ ਵਾਸਤੇ ਕਿੰਨਾ ਟਾਈਮ ਲੱਗ ਜਾਣਾ ਹੈਗਾ, ਕਿਉਂਕਿ ਅਸੀਂ ਕਈ ਪਰਿਵਾਰਾਂ ਨੂੰ ਜਾਣਦੇ ਜਿਹੜੇ ਹਜੇ ਤੱਕ ਵੀ ਉੱਠ ਨਹੀਂ ਪਾਏ ਉਸ ਚੀਜ਼ ਦੇ ਵਿੱਚੋਂ, ਚਾਹੇ 37 ਸਾਲ ਹੋ ਜਾਣ, ਚਾਹੇ ਅਗਲੇ 50 ਸਾਲ ਹੋ ਜਾਣ। ਨਹੀਂ, ਉਹੀ ਗੱਲ ਆ ਵੀ ਜਦੋਂ ਤੁਸੀਂ 84 ਵੇਖਦੇ ਆ ਨਾ ਜੀ, ਤੇ 1947 ਤੋਂ 37 ਸਾਲ ਹੀ ਨੇ। ਹਾਂਜੀ। ਤੇ ਆ ਹੁਣ ਕਹਿ ਲਓ ਵੀ 84 ਤੋਂ 37 ਸਾਲ ਹੋਣ ਨੇ, 37 ਸਾਲ ਹੋਣਾ। ਸੋ ਉਹ ਤੁਸੀਂ ਅੰਦਾਜ਼ਾ ਲਾ ਲਓ ਵੀ ਅਜੇ 47 ਵਾਲਾ ਜਿਹੜਾ ਕਹਿ ਲਓ ਵੀ ਦੁੱਖ ਸੀਗਾ ਜੀ, ਵੀ ਕਿਉਂਕਿ ਦਿੱਲੀ ਦੇ ਵਿੱਚ ਜਿਹੜੇ ਬਹੁਤੇ ਵਸਦੇ ਸੀਗੇ ਵੀ ਉਹ ਉਧਰੋਂ 47 ਦੇ ਵਿੱਚ ਪਾਕਿਸਤਾਨ ਵੱਲੋਂ ਤੇ ਹੋਰ ਪਾਸਿਓਂ ਉੱਜੜ ਕੇ ਆਏ। ਬਿਲਕੁਲ। ਸੋ ਉਹਨਾਂ ਦੇ ਦਿਲਾਂ ਦਿਮਾਗਾਂ ਦੇ ਵਿੱਚ ਅਜੇ 47 ਵਾਲਾ ਜਿਹੜਾ ਆ ਵੀ ਦੁੱਖ ਉਹ ਸੀਗਾ। ਬਿਲਕੁਲ। ਤੇ ਉਹਦੇ ਵਿੱਚੋਂ ਅਜੇ ਉਹ ਨਿਕਲ ਰਹੇ ਸੀਗੇ ਤੇ ਆ ਅੱਗਿਓਂ ਉਹਨਾਂ ਨੇ ਵੀ ਆਹ ਏਦਾਂ ਕਰਕੇ ਤੇ 84 ਵਾਪਰ ਕੇ ਤੇ ਉਹਨਾਂ ਨੇ ਫਿਰ ਦੁਬਾਰਾ ਦੱਬ ਦਿੱਤੇ। ਤੇ ਹੁਣ ਆ 37 ਸਾਲ ਜਿਹੜੇ ਹੋਏ ਨੇ ਵੀ ਉਹ ਤੋਂ ਬਾਅਦ ਤੁਸੀਂ ਆਪਾਂ ਇਹ ਸੋਚਦੇ ਆ ਵੀ ਉਹ ਅਜੇ ਉੱਠਣ ਜੋਗੇ ਹੋ ਰਹੇ ਆ। ਤੇ ਕੁਛ ਨਹੀਂ ਪਤਾ ਵੀ ਸਰਕਾਰੀ ਚਾਲਾਂ ਜਿਹੜੀਆਂ ਨੇ ਵੀ ਉਹਨਾਂ ਨੇ ਅਗਲਾ ਭਾਣਾ ਜਿਹੜਾ ਆ ਵੀ ਉਹ ਇਦਾਂ ਹੀ ਵਰਤਾ ਕੇ ਅਗਲੀ ਜਿਹੜੀ ਪਨੀਰੀ ਆ ਬਿਲਕੁਲ ਉਹਨੂੰ ਵੀ ਇਦਾਂ ਹੀ ਦੱਬਣਾ ਨਹੀਂ। ਜਿਹੜੇ ਹਾਲਾਤ ਭਾਜੀ ਇੰਡੀਆ 'ਚ ਬਣੇ ਹੋਏ ਆ, ਰਿਗਾਰਡਲੈਸ ਕਿ ਕਰੋਨਾ ਹਜੇ ਚਲੋ ਇਹ ਹਾਲਾਤ ਦੂਜੇ ਨੇ, ਲੇਕਿਨ ਇਹ ਤੋਂ ਪਰੇ ਦੇ ਹਾਲਾਤਾਂ ਦੀ ਗੱਲ ਕਰੀਏ ਆਪਾਂ, ਚਾਹੇ ਸਾਲ ਪਿੱਛੇ ਚੱਲ ਜਾਈਏ, ਆਪਾਂ ਸਾਲ 1.5 ਸਾਲ ਪਿੱਛੇ ਚੱਲ ਜਾਈਏ, ਕੀ ਹਾਲਾਤ ਬਣੇ ਹੋਏ ਸੀਗੇ, ਕਿੱਦਾਂ ਨਾਰੇ ਲੱਗ ਰਹੇ ਆ ਸਾਰੇ ਪਾਸੇ। ਪੂਰੇ ਇੰਡੀਆ ਦੀ ਗੱਲ ਕਰੀਏ, ਕਿੱਦਾਂ ਇੱਕ ਉਸਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਆ, ਕਿੱਦਾਂ ਨਾਰੇ ਲਾਏ ਜਾ ਰਹੇ ਆ, ਕਿੱਦਾਂ ਨਫ਼ਰਤ ਫੈਲਾਈ ਜਾ ਰਹੀ ਹੈ,
ਆ ਦੂਜੀ ਕੌਮਾਂ ਪ੍ਰਤੀ ਮਾਈਨੋਰਟੀਜ਼ ਦੇ ਵਿੱਚ ਜਿਹੜੇ ਹੈਗੇ ਆ ਸਿੱਖ ਮੁਸਲਮਾਨ ਤੇ ਈਸਾਈ ਖਾਸ ਕਰਕੇ ਕਿੱਦਾਂ ਉਹਨਾਂ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ ਹੈ, ਕਿੱਦਾਂ ਉਹਨਾਂ ਨੂੰ ਧਮਕਾਇਆ ਜਾ ਰਿਹਾ, ਉਹ ਸਾਰਾ ਕੁਝ ਸਾਹਮਣੇ ਹੀ ਹੈਗਾ ਆ, ਦੀਦਾ ਹੀ ਹੈਗਾ। ਤੇ ਉਹ ਇਹ ਨਹੀਂ ਹੈਗਾ ਕਿ ਉਹ ਅਚਨਚੇਤ ਹੋ ਰਿਹਾ ਆ, ਉਹ ਕੋਈ ਵੱਡੀ ਪਲੈਨਿੰਗ ਦਾ ਹਿੱਸਾ ਹੀ ਹੋ ਸਕਦਾ ਹੈਗਾ ਹੈ। ਕੁਝ ਨਹੀਂ ਪਤਾ ਤੁਹਾਨੂੰ ਕਿ ਅੱਗੇ ਜਾ ਕੇ ਸਰਕਾਰਾਂ ਉਹਨੂੰ ਕਿੱਦਾਂ ਕੀ ਪਲਾਨ ਕਰ ਰਹੀਆਂ ਹੈਗੀਆਂ। ਔਰ ਦੂਜੀ ਗੱਲ ਇਹ ਵੀ ਆ ਵੀ ਅਸੀਂ ਇਹ ਵੀ ਧਿਆਨ 'ਚ ਰੱਖੀਏ ਵੀ ਜਿੱਦਾਂ ਜਿੱਦਾਂ ਸਮਾਂ ਬਦਲ ਰਿਹਾ ਨਾ ਜੀ, ਤੇ ਜਿੱਦਾਂ ਜਿੱਦਾਂ ਦੁਸ਼ਮਣ ਜਿਹੜਾ ਆ ਉਹ ਹੋਰ ਸ਼ਾਤਰ ਹੋ ਰਿਹਾ, ਬਿਲਕੁਲ ਉਹ ਇਹ ਵੀ ਸੰਭਾਵਨਾ ਪੂਰੀ ਆ ਵੀ ਉਹ ਇਸ ਵੇਲੇ ਫਿਜ਼ੀਕਲੀ ਸਰੀਰਕ ਤੌਰ ਦੇ ਉੱਤੇ ਸਾਡੇ ਤੇ ਹਮਲੇ ਕਰਨ ਤੋਂ ਜਾਂ ਸਾਨੂੰ ਮਾਰਨ ਤੋਂ ਬਿਲਕੁਲ ਉਹ ਆਪਣੀ ਜਿਹੜੀ ਦਿਮਾਗੀ ਤੌਰ ਦੇ ਉੱਤੇ ਹਮਲੇ ਕਰਨੇ ਦੀ ਜਿਹੜੀ ਐਬਿਲਿਟੀ ਆ ਨਾ ਉਹਨੂੰ ਹੋਰ ਅਖੇ ਵੀ ਵਧਾ ਰਿਹਾ, ਸ਼ਾਰਪ ਕਰ ਰਿਹਾ। ਔਰ ਉਹ ਸਾਡੇ ਉੱਤੇ ਜਿਹੜੇ ਦਿਮਾਗੀ ਹਮਲੇ ਹੋ ਰਹੇ ਨੇ, ਆ ਅਪਗ੍ਰੇਡਾਂ ਵਾਲਾ ਹਿਸਾਬ ਦੇਖ ਲਓ ਵੀ ਇਹ ਦਿਮਾਗੀ ਹਮਲਿਆਂ ਦਾ ਹੀ ਆ ਰੂਪ। ਬਿਲਕੁਲ ਵੀ ਜੇਲ੍ਹ ਨੂੰ ਅਸੀਂ ਕਹਿ ਲਓ ਵੀ ਜਿੰਨਾ ਸਮਾਂ ਲਾਉਨੇ ਆ ਜੀ ਵੀ ਇਹਨਾਂ ਨਾਲ ਨਜਿੱਠਣ ਲਈ, ਤੇ ਉਹ ਸਾਰਾ ਜਿਹੜਾ ਆ ਵੀ ਉਹ ਜੇ ਸਾਰੂ ਕੰਮਾਂ ਵਾਲੇ ਪਾਸੇ ਨੂੰ ਲੱਗਦਾ ਹੋਵੇ, ਸਹੀ ਗੱਲ ਹੈ, ਤੇ ਉਹਨੇ ਸਾਡੀ ਕੌਮ ਨੂੰ ਕਿੱਥੇ ਲੈ ਕੇ ਜਾਣਾ। ਨਹੀਂ ਬਿਲਕੁਲ ਭਾਈ, ਹੁਣ ਜਿੱਦਾਂ ਤੁਸੀਂ ਕਹਿੰਦੇ ਨਾ ਦਿਮਾਗੀ ਹਮਲੇ ਕੀਤੇ ਜਾਂਦੇ ਆ, ਹੁਣ ਕੋਈ ਇਹਦੇ ਵਿੱਚ ਸ਼ੱਕ ਨਹੀਂ ਕਿ ਅਪਗ੍ਰੇਡਾਂ ਰਾਹੀਂ ਖਪਗ੍ਰੇਡਾਂ ਰਾਹੀਂ ਕੌਮ ਦੇ ਉੱਤੇ ਦਿਮਾਗੀ ਹਮਲੇ ਕੀਤੇ ਜਾ ਰਹੇ ਆ। ਹੁਣ ਉਹਦੇ ਵਿੱਚ ਜੇ ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੈ ਕਿ ਇਹਨਾਂ ਕੋਲ ਦੋ ਤਰ੍ਹਾਂ ਦੀ ਕੈਟਾਗਰੀਆਂ ਆ, ਜਿਹੜੇ ਤਾਂ ਬਿਲਕੁਲ ਹੀ ਬੇਈਮਾਨ ਨੇ, ਕਮੀਨੇ ਨੇ, ਗੱਦਾਰੀ ਵਜੋਂ ਆਪਣੇ ਉਹਨੂੰ ਪੇਸ਼ ਕਰਦੇ ਨੇ, ਇਹਨਾਂ ਨਾਲ ਜੁੜੇ ਹੋਏ ਨੇ, ਜਿਹਦੇ ਵਿੱਚ ਉਹ ਉੱਪਰਲੀ ਇਹਨਾਂ ਦੀ ਕਤੀੜ ਆ ਜਾਂਦੀ ਹੈ, ਜਿਹੜੇ 5ਵੀਂ ਪਾਸ ਵੀ ਹੈਗਾ ਤੇ PhD ਵਾਲੇ ਵੀ ਹੈਗੇ ਹੈ ਨਾ। ਤੇ ਫਿਰ ਉਸ ਤੋਂ ਬਾਅਦ ਜਿਹੜੀ ਕੈਟਾਗਰੀ ਹੈ ਜਿਹੜੇ ਭੋਲੇ ਲੋਕ ਨੇ, ਅਣਜਾਣ ਨੇ, ਉਹਨਾਂ ਦਾ ਦਿਮਾਗ ਦਾ ਪੱਧਰ ਵਿਕਸਿਤ ਨਾ ਹੋਣਾ ਨਿਸ਼ਾਨੀ ਹੈ ਕਿ ਉਹ ਇਹਨਾਂ ਦੇ ਚੁੰਗਲ 'ਚ ਫਸੇ ਹੋਏ ਨੇ। ਕਿਉਂਕਿ ਉਹ ਜੇ ਉਹਨਾਂ ਨੇ ਆਪਣੇ ਆਪ ਨੂੰ ਵਿਕਸਿਤ ਕੀਤਾ ਹੁੰਦਾ ਜਾਂ ਉਹਨਾਂ ਨੇ ਆਪਣੀ ਨੌਲੇਜ ਦਾ ਪੱਧਰ ਚੱਕਿਆ ਹੁੰਦਾ ਹੈ ਨਾ, ਗਿਆਨ ਲਿਆ ਹੁੰਦਾ, ਇਹਨਾਂ ਦੇ ਚੁੰਗਲ 'ਚ ਕਦੇ ਨਾ ਫਸਦੇ। ਉਹ ਚੀਜ਼ਾਂ ਨੂੰ ਸਾਨੂੰ ਮਤਲਬ ਧਿਆਨ 'ਚ ਰੱਖਣਾ ਚਾਹੀਦਾ ਕਿ ਕਿੱਦਾਂ ਇਹ ਕੌਮਾਂ ਨੂੰ ਖਤਮ ਕਰਨ ਵਾਸਤੇ, ਦਿਮਾਗੀ ਪੱਧਰ ਦੇ ਉੱਤੇ ਕੌਮਾਂ ਨੂੰ ਖਤਮ ਕਰਨ ਵਾਸਤੇ ਕਿੱਦਾਂ ਜਾਲ ਬੁਣਦੇ ਨੇ, ਕਿੱਦਾਂ ਇਹ ਪਿਆਦੇ ਲਿਆ ਕੇ ਆਪਣੀ ਮੋਹਰੇ ਲਿਆ ਕੇ ਕੌਮ ਦੇ ਵਿੱਚ ਸੁੱਟਦੇ ਨੇ। ਕਿਉਂਕਿ ਜੋ ਬਕਵਾਸ ਕਰਦੇ ਨੇ, ਕੋਈ ਜਿਹਨੂੰ ਵੀ ਮਾੜਾ ਮੋਟਾ ਵੀ ਗਿਆਨ ਹੋਊਗਾ ਨਾ ਭਾਜੀ ਸਿੱਖੀ ਬਾਰੇ, ਕਿ ਕਿੱਦਾਂ ਸਿੱਖੀ ਦੇ ਸਿਧਾਂਤ ਕਿੱਦਾਂ ਕੰਮ ਕਰਦੇ ਨੇ, ਗੁਰੂ ਪਾਤਸ਼ਾਹ ਕੀ ਦੇਣਾ ਚਾਹੁੰਦੇ ਸੀਗੇ, ਉਹ ਕਦੇ ਵੀ ਇਹਨਾਂ ਦੇ ਚੁੰਗਲ 'ਚ ਨਹੀਂ ਫਸੂਗਾ, ਰਿਗਾਰਡਲੈਸ ਉਹ ਮਤਲਬ ਉਹ ਬੇਈਮਾਨ ਜਾਂ ਕਮੀਨਾ ਹੋਵੇ। ਤੇ ਉਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਹੈਗੀਆਂ, ਤੇ ਉਹ ਚੀਜ਼ਾਂ ਸਾਨੂੰ ਵਰਕਆਊਟ ਵੀ ਕਰਨਾ ਚਾਹੀਦਾ ਕਿ ਅਸੀਂ ਆਪਣਾ ਗਿਆਨ ਦਾ ਪੱਧਰ ਕਿੱਦਾਂ ਉੱਚਾ ਚੱਕੀਏ। ਕਿਉਂਕਿ ਇਹ ਅੱਜ ਆ, ਕੱਲ ਹੋਰ ਕੋਈ ਆ ਜਾਊਗਾ। ਜੇ ਮਤਲਬ ਅਸੀਂ ਵਰਤੇ ਹੀ ਜਾ ਰਹੇ ਹਾਂ ਪਿਛਲੇ 100-150 ਸਾਲ ਤੋਂ, ਜੇ ਮੋਟਾ ਸਮਾਂ ਦੇਖ ਲਈਏ। ਹੁਣ ਖਪਗ੍ਰੇਡ ਨੇ, ਪਹਿਲਾਂ ਕਿਤੇ ਰਾਧਾ ਸੁਆਮੀ ਸੀਗੇ, ਨਿਰੰਕਾਰੀ ਸੀਗੇ, ਹੋਰ ਸੌਦੇ ਸਾਧ ਵਾਲੇ ਸੀਗੇ, ਹਾਂਜੀ ਸੱਚੇ ਸੌਦੇ ਸਾਧ ਵਾਲੇ ਹੈ ਨਾ ਜੀ। ਤੇ ਹੁਣ ਅਪਗ੍ਰੇਡ ਆ ਗਏ ਨੇ ਉਸੇ ਹੀ ਕਤਾਰ ਦੇ ਵਿੱਚ, ਤੇ ਹੁਣ ਗਾਹਾਂ ਹੋਰ ਪਤਾ ਨਹੀਂ ਕਿਹੜੀ ਕਤੀੜ ਲਿਆ ਕੇ ਖੜੀ ਕਰਦੇ ਨਵਾਂ ਰੂਪ ਦੇ ਵਿੱਚ ਪਤਾ ਨਹੀਂ ਹੋਰ ਕੌਣ ਆਉਂਦਾ ਹੈਗਾ। ਦੂਜੀ ਗੱਲ ਇਹ ਵੀ ਆ ਵੀ ਜਿਹੜੀ ਘਟੀਆ ਸ਼ਬਦਾਵਲੀ ਜੀ ਇਹ ਕੀਰਤਨੀਆਂ ਲਈ, ਗ੍ਰੰਥੀਆਂ ਲਈ ਵਰਤਦੇ ਨੇ, ਬਿਲਕੁਲ ਭਈ ਇਹਨਾਂ ਦਾ ਟੀਚਾ ਜਿਹੜਾ ਆ ਵੀ ਜਿਹੜੇ ਇਹਨਾਂ ਨੂੰ ਚਲਾਉਂਦੇ ਨੇ, ਬਿਲਕੁਲ ਉਹਨਾਂ ਦਾ ਟੀਚਾ ਇਹ ਆ ਭਈ ਕੌਮ ਦੇ ਵਿੱਚ ਜਿਹੜਾ ਆਪਾਂ ਲੀਡਰਸ਼ਿਪ ਸਟਰਕਚਰ ਦੀ ਗੱਲ ਕਰਦੇ ਸੀ ਨਾ, ਸਹੀ ਗੱਲ ਹੈ, ਭਈ ਉਹ ਲੀਡਰਸ਼ਿਪ ਜਿਹੜੀ ਆ ਜਦੋਂ ਗਾਹ ਪੈਦਾ ਹੋਵੇ ਉਹ ਸਿੱਖੀ ਤੋਂ ਇੰਨੀ ਕੁ ਦੂਰ ਹੋਵੇ ਜੀ, ਭਈ ਇਹਨਾਂ ਨੂੰ ਜਿਹੜੇ ਬਾਹਮਣ ਆ ਤੇ ਹੋਰ ਜਿਹੜੇ ਆ ਵੀ ਇਹਨਾਂ ਨੂੰ ਇਹ ਡਰ ਨਾ ਹੋਵੇ ਭਈ ਜਿਹੜੀ ਸਿੱਖੀ ਦੇ ਨਾਲ ਜੜ੍ਹਾਂ ਨਾਲ ਜਾ ਕੇ ਜਿਹੜੀਆਂ ਜੁੜਦੀਆਂ ਆ, ਬਿਲਕੁਲ ਉਹਦੇ ਤੋਂ ਹਮੇਸ਼ਾ ਇਹਨਾਂ ਨੂੰ ਖਤਰਾ ਰਹਿਣਾ ਆ ਵੀ ਜਦੋਂ ਇਹ ਸਟੈਂਡ ਲੈ ਗਿਆ ਤੇ ਫਿਰ ਇਹਨੂੰ ਹਿਲਾਉਣਾ ਜਾਂ ਖਰੀਦਣਾ ਜਿਹੜਾ ਆ ਵੀ ਮੁੱਲੇ ਦਾ ਪਾਉਣਾ ਵੀ ਉਹ ਬਹੁਤ ਔਖਾ ਵੀ ਪੋਸੀਬਲ ਹੀ ਨਹੀਂਗਾ। ਬਿਲਕੁਲ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹਦੀ ਉਦਾਹਰਣ ਇੱਥੇ ਵੀ ਮਿਲਦੀ ਆ ਵੀ ਉਹ ਆਪਾਂ ਜਿਹੜੀ ਆ ਨਾਨਕਸਰ ਗੁਰਦੁਆਰਾ ਜਿਹੜਾ ਸਾਡੇ ਹੈਗਾ, ਹਾਂਜੀ ਭਾਈ ਇਹ ਵੀ ਚੇਤੇ ਕਰਾ ਦਈਏ ਵੀ ਇਹ ਢੱਡਰੀਆਂ ਵਾਲੇ ਦਾ ਗਰੁੱਪ ਹੀ ਆ ਸਾਰਾ ਨਾਨਕਸਰੀਆਂ ਦਾ, ਤੇ ਉਸੇ ਗਰੁੱਪ ਚੋਂ ਢੱਡਰੀਆਂ ਵਾਲਾ ਨਿਕਲਿਆ ਆ। ਹਾਂਜੀ। ਤੇ ਉਹਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਝਾਂਸਾ ਇਹ ਹੀ ਦਿੱਤਾ ਜਾਂਦਾ। ਇੱਕ ਹੋਰ ਗੱਲ ਚੇਤੇ ਕਰਾ ਦਈਏ ਜੀ, ਢੱਡਰੀਆਂ ਵਾਲੇ ਨੇ ਹਜੇ ਤੱਕ ਨਾਨਕਸਰ ਬਾਰੇ ਮੈਨੂੰ ਨਹੀਂ ਲੱਗਦਾ ਕਿਤੇ ਕੁਝ ਕੋਈ ਸ਼ਬਦ ਨਹੀਂ ਬੋਲਿਆ। ਬਿਲਕੁਲ ਜੀ, ਕਿਉਂਕਿ ਇਹ ਜਿਹੜਾ ਸਾਰਾ ਡਰਾਮਾ ਆ ਵੀ ਉਹਦੇ ਵਿੱਚ ਝਾਂਸਾ ਇਹੀ ਦਿੱਤਾ ਜਾਂਦਾ ਵੀ ਢੱਡਰੀਆਂ ਵਾਲੇ ਵੱਲ ਵੇਖ ਲਓ ਵੀ ਇਹ ਇੱਕ ਅਨਾਥ ਬੱਚੇ ਵਜੋਂ ਭਈ ਡੇਰੇ ਦੇ ਵਿੱਚ ਪਲਿਆ ਆ, ਸਾਰਾ ਸਿੱਖਿਆ ਜੋ ਕੁਝ ਸਿੱਖਿਆ ਇਹਨੇ ਉਹ ਡੇਰੇ ਚੋਂ ਸਿੱਖਿਆ, ਤੇ ਹੁਣ ਦੇਖੋ ਵੀ ਆਪਣਾ ਡੇਰਾ ਬਣਾਈ ਬੈਠਾ। ਔਰ ਇਹ ਜਿਹੜੇ ਬਹੁਤੇ ਨਾਨਕਸਰੀਆਂ ਦੇ ਬਾਬੇ ਆ ਵੀ ਉਹ ਇਹੀ ਕਰਦੇ ਆ, ਤੇ ਇਸੇ ਕਰਕੇ ਜਿਹੜੇ ਆ ਬਹੁਤੇ ਜਿਹੜੇ ਕਹਿ ਲਓ ਵੀ ਐਜ਼ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹੜੀ ਇਹ ਪ੍ਰੋਫੈਸ਼ਨਲ ਚੋਇਸ ਆ, ਚੋਣ ਜਿਹੜੀ ਵੀ ਮੈਂ ਆਖਿਆ ਵੀ ਕੀ ਬਣਨਾ, ਫਿਰ ਨਾਨਕਸਰੀਆ ਬਾਬਾ ਬਣ ਜਾਣਾ, ਉਹ ਇੱਕ ਉੱਥੇ ਪੰਜਾਬ ਦੇ ਵਿੱਚ ਬਣੀ ਆ। ਅੱਛਾ ਜੀ। ਵੀ ਉਹਦੇ ਵਿੱਚ ਹੁਣ ਵੀ ਜਿਹੜੀ ਇਹ ਕੇਸ ਆ ਵੀ ਆਪਾਂ ਇਹਨੂੰ ਵੀ ਡਿਸਕਸ ਕਰਦੇ ਹਾਂ, ਪਰ ਉਹ ਤੋਂ ਪਹਿਲਾਂ ਆਪਾਂ ਇਹ ਦੱਸ ਦਈਏ ਵੀ ਜਿਹੜਾ ਪੱਧਰ ਆ ਨਾ ਇਸ ਵੇਲੇ ਬਣਿਆ ਹੋਇਆ ਵੀ ਗ੍ਰੰਥੀ ਸਿੰਘਾਂ ਦਾ ਤੇ ਕੀਰਤਨੀਆਂ ਦਾ ਜੀ, ਉਹ ਬਕਾਇਦਾ ਬਣਾਇਆ ਗਿਆ ਆ।
ਜਿਹੜੀਆਂ ਸਰਕਾਰੀ ਚਾਲਾਂ ਨੇ, ਦੁਸ਼ਮਣ ਦੀਆਂ ਚਾਲਾਂ ਨੇ, ਉਹਦੇ ਵਿੱਚੋਂ। ਬਿਲਕੁਲ। ਔਰ ਜੋ ਬਕਵਾਸ ਖੱਪਗ੍ਰੇਡ ਕਰਦੇ ਨੇ, ਬਿਲਕੁਲ ਜੀ, ਗ੍ਰੰਥੀ ਸਿੰਘਾਂ ਬਾਰੇ ਸ਼ਬਦਾਵਲੀ, ਪ੍ਰਚਾਰਕਾਂ ਬਾਰੇ ਸ਼ਬਦਾਵਲੀ, ਗ੍ਰੰਥੀਆਂ ਕੀਰਤਨੀਆਂ ਬਾਰੇ ਸ਼ਬਦਾਵਲੀ ਘਟੀਆ ਜਿਹੜੀ ਆ, ਭਈ ਉਹ ਅਸਲ ਦੇ ਵਿੱਚ ਉਹਦਾ ਟੀਚਾ ਇਹ ਹੀ ਆ ਭਈ ਅੱਗਿਓਂ ਕੋਈ ਨੌਜਵਾਨ ਜੇ ਇਹ ਸੋਚਦਾ ਆ ਬਿਲਕੁਲ ਭਈ ਮੈਂ ਆਪਣੀ ਜ਼ਿੰਦਗੀ ਜਿਹੜੀ ਆ ਵੀ ਉਹ ਕੀਰਤਨ ਦੇ ਪ੍ਰਸਾਰ ਦੇ ਵਿੱਚ ਲਾਉਣੀ ਆ ਜੀ, ਜਾਂ ਵੀ ਵਾਹਿਗੁਰੂ ਦੀ ਜਿਹੜੀ ਦੂਸਰਾ ਗੁਰਬਾਣੀ ਦਾ ਕੀਰਤਨ ਕਰਕੇ ਤੇ ਆਪਣੀ ਜ਼ਿੰਦਗੀ ਜਿਹੜੀ ਆ ਵੀ ਮੈਂ ਉਹ ਲੰਘਾਉਣੀ ਆ, ਜਾਂ ਪ੍ਰਚਾਰ ਜਿਹੜਾ ਗੁਰਮਤਿ ਦਾ ਆ ਉਹਦੇ ਵਿੱਚ ਲੇਖੇ ਲਾ ਦੇਣੀ ਆ, ਜਾਂ ਵੀ ਐਜ਼ ਗ੍ਰੰਥੀ ਮੈਂ ਡਿਊਟੀ ਕਰਨੀ ਆ ਤੇ ਜਿਹੜੀ ਕੌਮ ਦੀ ਅਗਲੀ ਪਨੀਰੀ ਆ ਵੀ ਉਹਨੂੰ ਮੈਂ ਗੁਰਮਤਿ ਦੇ ਨੇੜੇ ਲੈ ਕੇ ਆਉਣਾ। ਉਹ ਸਾਰਾ ਕੁਝ ਜਿਹੜਾ ਆ ਵੀ ਉਹਨੂੰ ਪ੍ਰੀਵੈਂਟ ਕਰਨੇ ਲਈ, ਉਹਨੂੰ ਰੋਕਣੇ ਲਈ ਵੀ ਇਹ ਸਾਰਾ ਕੁਝ ਜਿਹੜਾ ਆ ਜਿਹੜੀ ਬਕਵਾਸ ਕਰਦੇ ਆ ਇਹ ਦੂਸਰੇ ਖੱਪਗ੍ਰੇਡ ਵੀ ਉਹਦਾ ਟੀਚਾ ਆ। ਬਿਲਕੁਲ ਜੀ। ਔਰ ਉਹੀ ਚੀਜ਼ਾਂ ਜਿਹੜੀਆਂ ਆ ਵੀ ਹੁਣ ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ, ਪਰਮਵੀਰ ਨੇ ਜਿਹੜੀ ਪੋਸਟ ਪਾਈ ਆ ਭਾਈ, ਇਹਨਾਂ ਦਾ ਖੱਪਗ੍ਰੇਡਾਂ ਦਾ ਹੀ ਅੱਜ ਕੱਲ੍ਹ ਜਿਹੜਾ ਆ ਵੀ ਇੱਕ ਖਾਸ ਬਣਿਆ ਹੋਇਆ, ਕਿਉਂਕਿ ਆਪਾਂ ਤੁਹਾਨੂੰ ਦੱਸਿਆ ਹੈਗਾ ਪਹਿਲਾਂ ਵੀ ਕਈ ਪ੍ਰੋਗਰਾਮਾਂ ਦੇ ਵਿੱਚ, ਹੁਣ ਤੇ ਕਹਿ ਲਓ ਵੀ 2-3 ਸਾਲ ਸ਼ਾਇਦ ਜ਼ਿਆਦਾ ਹੀ ਹੋ ਗਿਆ ਵੀ ਇਹ ਗੱਲ ਕਰਦੇ ਆ ਭਈ ਇਹ ਜਿਹੜੀ ਹਰਨੇਕ ਦੀ ਦੋਸਤੀ ਆ ਉਹਦੀ ਮਿਆਦ ਹੁੰਦੀ ਆ। ਬਿਲਕੁਲ। ਵੀ ਕੁਝ ਸਾਲਾਂ ਬਾਅਦ ਜਿਹੜੇ ਆ ਵੀ ਉਹ ਜਿਹੜਾ ਉਹਦਾ ਇਨਰ ਸਰਕਲ ਹੁੰਦਾ ਆ, ਨੇੜੇ ਵਾਲੇ ਜਿਹੜੇ ਦੋਸਤ ਮਿੱਤਰ ਆ ਉਹ ਬਦਲ ਜਾਂਦੇ ਹੁੰਦੇ, ਕਿਉਂਕਿ ਐਕਸਪਾਇਰ ਹੋ ਜਾਂਦੇ ਔਰ ਉਹ ਐਕਸਪਾਇਰ ਇਸ ਹਿਸਾਬ ਨਾਲ ਹੁੰਦੇ ਆ ਵੀ ਜਿੰਨਾ ਕੁ ਵਰਤਣਾ ਹੁੰਦਾ ਉਹਨਾਂ ਨੂੰ ਵਰਤ ਲਿਆ ਹੁੰਦਾ, ਸੋ ਉਹਨਾਂ ਨੂੰ ਨੇਕੀ ਦਾ ਜਿਹੜਾ ਅਸਲੀ ਰੂਪ ਆ ਉਹ ਦਿਖਣ ਲੱਗ ਪੈਂਦਾ ਆ, ਤੇ ਉਹਨਾਂ ਨੂੰ ਇਹ ਵੀ ਸਮਝ ਲੱਗਣ ਲੱਗ ਪੈਂਦੀ ਆ ਵੀ ਕਿੱਥੇ ਕਿੱਥੇ ਇਹ ਜਿਹੜਾ ਘਟੀਆ ਕਿਸਮ ਦੀ ਜਿਣਸ ਆ ਭਈ ਕਿਵੇਂ ਇਹ ਵਰਤ ਗਈ ਆ ਉਹਨਾਂ ਨੂੰ। ਔਰ ਵਰਤਣਾ ਜਿਹੜਾ ਆ ਵੀ ਚੰਗੇ ਕੰਮਾਂ ਲਈ ਵਰਤਿਆ ਹੋਵੇ ਨਾ ਤੇ ਕਿਸੇ ਨੂੰ ਕੋਈ ਮਲਾਲ ਨਹੀਂ ਹੁੰਦਾ, ਘਟੀਆ ਕੰਮਾਂ ਲਈ, ਠੱਗੀਆਂ ਲਈ, ਬੇਈਮਾਨੀਆਂ ਲਈ ਵਰਤਿਆ ਜਾਂਦਾ। ਬਿਲਕੁਲ ਜੀ। ਔਰ ਜਦੋਂ ਅਗਲੇ ਨੂੰ ਅਹਿਸਾਸ ਹੁੰਦਾ ਆ ਵੀ ਭਾਈ ਵੀ ਇਹ ਵੀ ਜੋ ਅਸੀਂ ਕਰੀ ਗਏ ਆ ਵੀ ਕਰਦੇ ਕੌਮ ਦੇ ਭਲੇ ਲਈ ਸੀਗੇ, ਤੇ ਅਸਲ ਦੇ ਵਿੱਚ ਤੇ ਇੱਕ ਜਿਹੜਾ ਭੁੱਖਾ ਬੈਠਾ ਆ ਵੀ ਉਹਦਾ ਹੀ ਢਿੱਡ ਨਹੀਂ ਭਰਨ ਦਿਆ। ਅਸਲ 'ਚ ਮੰਗ ਖਾਣਾ ਤੇ ਇਹੀ ਹੈ, ਮੰਗ ਖਾਣਾ ਇਹੀ ਆ। ਪਾਟੜਾ ਜੋ ਕੁਝ ਵੀ ਇਹ ਬਕਵਾਸ ਕਰਦਾ ਆ ਉਹ ਸਾਰੇ ਸ਼ਬਦ ਇਹਦੇ ਆਪਣੇ ਦਿਲ ਦੇ ਵਿੱਚ ਆਪਣੇ ਲਈ ਆ, ਇਹਦੇ ਆਪਣੇ ਲਈ ਹੈਗੇ ਰੱਖੇ। ਸੋ ਉਹ ਜਿਹੜਾ ਆ ਵੀ ਉਹ ਜੋ ਅੰਦਰ ਆ ਦਿਲ ਦੇ, ਉਹੋ ਹੀ ਫਿਰ ਉਹ ਜ਼ੁਬਾਨ ਰਾਹੀਂ ਜਿਹੜਾ ਆ ਵੀ ਉਹ ਬਾਹਰ ਲੋਕਾਂ ਦੇ ਉੱਤੇ ਸੁੱਟਦਾ। ਬਿਲਕੁਲ। ਸੋ ਜਿਹੜਾ ਗੰਦ ਅੰਦਰ ਸਮੋਈ ਬੈਠਾ, ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਹੁਣ ਇਹ ਜਿਹੜੀ ਪਰਮਵੀਰ ਨੇ ਲਿਖਿਆ ਵੀ ਇਹ ਗੱਲ ਜਿਹੜੀ ਆ ਵੀ ਹਰਨੇਕ ਨੂੰ ਸਹੀ ਸਾਬਤ ਕਰਦੀ ਆ ਭਾਈ। ਵੀ ਉਹ ਖਬਰ ਜਿਹੜੀ ਆ ਉਹ ਸਟਾਫ ਦੇ ਉੱਤੇ ਪਈ ਆ, ਤੁਸੀਂ ਪੜ੍ਹ ਲਿਓ। ਸਹੀ ਗੱਲ ਹੈ। ਤੇ ਉੱਥੋਂ ਤੁਸੀਂ ਆਪ ਅੰਦਾਜ਼ਾ ਲਾ ਲਿਓ ਭਈ ਕੀ ਕਹਾਣੀ ਆ। ਪਰ ਜਿਹੜੀ ਗੱਲ ਹੈਗੀ ਆ ਨਾ ਵੀ ਇਹ ਸਾਰੀ ਜਿਹੜੀ ਇਹ ਨਾਨਕਸਰੀਆਂ ਦਾ ਜਿਹੜਾ ਗ੍ਰੰਥੀ ਸਿੰਘ ਆ ਇੱਕ ਵੀ ਉਹਦੇ ਬਾਰੇ, ਹੁਣ ਉੱਥੇ ਜਿਹੜਾ ਸਿੱਖੀ ਦਾ ਕਿਰਦਾਰ ਆ ਨਾ ਜੀ, ਉੱਥੋਂ ਅਸੀਂ ਕਿੰਨੇ ਦੂਰ ਜਾ ਚੁੱਕੇ ਆ, ਉਸ ਚੀਜ਼ ਦੀ ਸਮਝ ਲੱਗਦੀ ਆ। ਕਿਉਂਕਿ ਉਹ ਵੀਰ ਜਿਹੜਾ ਆ ਵੀ ਜਿਹਨੇ ਹੁਣ ਸ਼ਿਕਾਇਤ ਕੀਤੀ ਆ ਵੀ ਉਹ ਗ੍ਰੰਥੀ ਹੀ ਪਤਾ ਨਹੀਂ 8-10 ਸਾਲ ਤੋਂ ਉੱਥੇ ਨਾਨਕਸਰੀਆਂ ਦਾ ਗੁਰਦੁਆਰਾ ਜਿਹੜਾ ਇੱਕੋ ਇੱਕ ਨਿਊਜ਼ੀਲੈਂਡ ਦੇ ਵਿੱਚ ਹੈਗਾ, ਤੇ ਉਹਦੇ ਵਿੱਚ ਉਹ ਜਿਹੜਾ ਵੀਰ ਆ ਵੀ ਉਹ 8-10 ਸਾਲ ਤੋਂ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹੈ ਤੇ ਉਹ ਹੁਣ ਕਲੀਅਰ ਆ ਭਈ ਸੌਦਾ ਕੋਈ ਕਿਸੇ ਤਰ੍ਹਾਂ ਦਾ ਹੋਇਆ ਆ। ਬਿਲਕੁਲ। ਤੇ ਅੱਜ ਤੋਂ 10-12 ਸਾਲ ਪਹਿਲਾਂ ਹੀ ਇਹ ਇਸੇ ਡੇਰੇ ਦਾ ਜਿਹੜਾ ਨਾਨਕਸਰੀਆਂ ਦਾ ਆ ਭਈ ਉਹਦੇ ਵਿੱਚ ਕੁਝ ਬੀਬੀਆਂ ਨੇ ਸ਼ਿਕਾਇਤ ਕੀਤੀ ਭਈ ਸਾਨੂੰ ਐਕਸਪਲੋਇਟ ਕੀਤਾ ਜਾ ਰਿਹਾ ਡੇਰੇ ਵੱਲੋਂ, ਤੇ ਉਹ ਵੀ ਅਖਬਾਰ ਦੇ ਵਿੱਚ ਛਪੀ ਸੀ ਉਸ ਵੇਲੇ। ਉਹ ਕਹਿੰਦੇ ਵੀ ਸਾਡੇ ਪਾਸਪੋਰਟ ਲੈ ਕੇ ਰੱਖ ਲਏ ਆ ਇਹਨਾਂ ਨੇ ਤੇ ਸਾਡੇ ਤੋਂ ਵੀ ਮਤਲਬ ਐਜ਼ ਕਹਿ ਲਓ ਵੀ ਬੰਧੂਆ ਮਜ਼ਦੂਰ ਵੀ ਕੰਮ ਕਰਾਇਆ ਜਾ ਰਿਹਾ। ਉਹ ਬੀਬੀਆਂ ਦੀ ਵੀ ਖਬਰ ਜਿਹੜੀ ਆ ਇੱਥੇ ਅਖਬਾਰ ਦੇ ਵਿੱਚ ਉਦੋਂ ਛਪੀ ਸੀ। ਤੇ ਇਹ ਜਿਹੜਾ ਵੀਰ ਆ ਇਹ ਕਹਿ ਰਿਹਾ ਆ ਵੀ ਇਹਦਾ ਅਸਲ ਨਾਮ ਜਿਹੜਾ ਤਰਸੀਮ ਸਿੰਘ ਆ, ਪਰ ਇਹਨੂੰ ਗਲਤ ਨਾਂ ਦੇ ਉੱਤੇ ਪਾਸਪੋਰਟ ਬਣਾ ਕੇ ਈਵਨ ਇਹਦੇ ਪਿਓ ਦਾ ਨਾਂ ਜਿਹੜਾ ਆ ਉਸ ਪਾਸਪੋਰਟ ਦੇ ਵਿੱਚ, ਉਹ ਜਿਹੜਾ ਇਹ ਬਾਬਾ ਆ ਅਮਰ ਸਿੰਘ ਉਰੇ ਬੜੂੰਦੀ, ਉਹਦਾ ਨਾਂ ਐਜ਼ ਇਸ ਮੁੰਡੇ ਦਾ ਪਿਓ ਲਿਖਿਆ ਹੋਇਆ। ਅੱਛਾ ਜੀ। ਸੋ ਇਹਨੂੰ ਤੇ ਚਾਹੀਦਾ ਸੀਗਾ ਵੀ ਉਹ ਉਹਦੇ ਬੇਸ ਦੇ ਉੱਤੇ ਕਹਿੰਦਾ ਵੀ ਮੇਰੇ ਪਿਓ ਦੀ ਸਾਰੀ ਜਾਇਦਾਦ ਆ ਵੀ ਇਹ 'ਚ ਮੈਨੂੰ ਹਿੱਸਾ ਦਿਓ। ਔਰ ਵੱਡੀ ਗੱਲ ਤੁਸੀਂ ਇਹ ਵੇਖੋ ਵੀ ਚਲੋ ਮੂਰਖਤਾਈ ਦੀ ਕਰ ਲਓ ਵੀ ਗੱਲ ਇਹ ਆ ਵੀ ਜੇ ਇਹ ਵੀਰ ਜਿਹੜਾ ਆ ਵੀ ਠੀਕ ਆ ਵੀ ਜੋ ਇੱਥੇ ਦੀ ਐਮਪਲੋਇਮੈਂਟ ਰਿਲੇਸ਼ਨ ਨੇ ਕਰਨਾ ਆ, ਜੋ ਹੋਰ ਕਰਨਾ ਆ ਵੀ ਉਹ ਬਿਲਕੁਲ ਇਹਦੇ ਹੱਕ ਨੇ, ਔਰ ਉਹਨੇ ਜੋ ਕੀਤਾ ਉਹ ਜਾਇਜ਼ ਆ, ਸਭ ਕੁਝ ਵੀ ਠੀਕ ਆ ਵੀ ਸ਼ਿਕਾਇਤ ਕੀਤੀ ਆ ਤੇ ਉਹ ਸ਼ਿਕਾਇਤ ਦਾ ਜਦੋਂ ਫੈਸਲਾ ਹੋਣਾ ਆ ਤੱਥਾਂ ਦੇ ਆਧਾਰ ਦੇ ਉੱਤੇ ਹੋ ਜਾਣਾ, ਉਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ। ਪਰ ਗੱਲ ਜਿਹੜੀ ਸਾਡੇ ਲਈ ਆ ਉਹ ਇਹ ਆ ਵੀ ਜੇ ਇਹ ਵੀਰ ਸਿੱਖੀ ਸਿਧਾਂਤਾਂ ਦੇ ਉੱਤੇ ਚੱਲਦਾ ਹੁੰਦਾ ਕੀ ਇਹਨੇ ਇਸ ਗੱਲ ਲਈ ਰਾਜੀ ਹੋਣਾ ਸੀਗਾ ਭਈ ਮੇਰਾ ਨਾਂ ਜਿਹੜਾ ਬਦਲ ਕੇ ਝੂਠਾ ਪਾਸਪੋਰਟ ਬਣਾ ਕੇ ਤੇ ਮੈਨੂੰ ਇੱਕ ਵਾਰੀ ਨਿਊਜ਼ੀਲੈਂਡ ਲੈ ਜਾਊਗਾ। ਬਿਲਕੁਲ। ਸੋ ਸੋਚਣੇ ਵਾਲੀ ਗੱਲ ਜਿਹੜੀ ਆ ਵੀ ਸਾਡੇ ਲਈ ਕੌਮੀ ਪੱਧਰ ਦੇ ਉੱਤੇ ਉਹ ਆ। ਬਿਲਕੁਲ। ਸੋ ਜਿੰਨਾ ਅਸੀਂ ਹਰੇਕ ਦੇ ਦਿਲੋਂ ਦਿਮਾਗ ਦੇ ਵਿੱਚ ਜਿਹੜੇ ਸਿੱਖੀ ਸਿਧਾਂਤ ਨੇ, ਗੁਰੂ ਦਾ ਦਿੱਤਾ ਹੋਇਆ ਜਿਹੜਾ ਦ੍ਰਿਸ਼ਟੀਕੋਣ ਆ,
ਭਈ ਜ਼ਿੰਦਗੀ ਜਿਉਣੀ ਕਿੱਦਾਂ ਆ, ਜੀ ਕਿਹੜੇ ਜਿਹੜੇ ਸਿਧਾਂਤ ਨੇ, ਕਿਹੜਾ ਫਰੇਮਵਰਕ ਆ ਵੀ ਜਿਹਦੇ ਅਕੋਰਡਿੰਗ ਤੁਸੀਂ ਜ਼ਿੰਦਗੀ ਆਪਣੀ ਦੇ ਫੈਸਲੇ ਲੈਣੇ ਆ। ਜੀ ਜਿੰਨੇ ਅਸੀਂ ਉਹਦੇ ਨੇੜੇ ਹੋਵਾਂਗੇ ਓਨਾ ਹੀ ਇਹੋ ਜਿਹੀਆਂ ਜਿਹੜੀਆਂ ਸਿਚੁਏਸ਼ਨ ਨੇ ਜਿਹੜੀਆਂ ਇਸ ਵੀਰ ਨੂੰ ਜਿਹੜੀ ਆ ਝੱਲਣੀ ਪੈ ਰਹੀ ਆ ਜਾਂ ਜਿਹੜੀਆਂ ਆਪਣੇ ਆਪ ਹੀ ਐਲੀਮੀਨੇਟ ਹੋ ਜਾਣਗੇ। ਬਿਲਕੁਲ, ਜਿਹੜੀਆਂ ਉਹਨਾਂ ਨੂੰ ਝੱਲਣੀਆਂ ਪਈਆਂ ਸੀ ਵੀ ਜਿਨ੍ਹਾਂ ਦਾ ਸ਼ੋਸ਼ਣ ਹਰਨੇਕ ਨੇ ਕੀਤਾ ਆਪਣੇ ਗੁਰਦੁਆਰੇ ਦੇ ਗ੍ਰੰਥੀਆਂ ਦਾ। ਬਿਲਕੁਲ। ਸੋ ਉਹ ਜਿਹੜੇ ਆ ਵੀ ਉਹ ਫੈਸਲੇ ਤੁਹਾਡੇ ਜਿਹੜੇ ਆ ਵੀ ਉਹਨਾਂ ਨੇ ਹੀ ਇਹੋ ਜਿਹੀ ਸਿਚੁਏਸ਼ਨ ਜਿਹੜੀ ਆ ਹਾਲਾਤ ਜਿਹੜੇ ਵੀ ਉਹ ਪ੍ਰੀਵੈਂਟ ਕਰੀ ਜਾਣੇ ਆ। ਬਿਲਕੁਲ। ਸੋ ਉਹ ਚੀਜ਼ ਜਿਹੜੀ ਆ ਵੀ ਉਹ ਸਾਡੇ ਸੋਚਣੇ ਵਾਲੀ ਆ। ਬਾਕੀ ਜਿਹੜੇ ਇੱਥੇ ਦੇ ਕਾਨੂੰਨਾਂ ਦੀ ਉਲੰਘਣਾ ਆ ਜਿਹੜੇ ਕਰ ਰਹੇ ਆ ਉਹ ਉਹਦੀ ਭੁਗਤੂਗੇ ਵੀ। ਬਿਲਕੁਲ। ਤੇ ਜਿਹੜੇ ਕਹਿ ਲਓ ਵੀ ਉਹਦੇ ਵਿੱਚ ਵਿਕਟਮ ਨੇ ਉਹਨਾਂ ਨੂੰ ਜੋ ਉਹਨੇ ਸਿਸਟਮ ਨੇ ਮੁਆਵਜ਼ਾ ਦੇਣਾ ਆ ਉਹ ਉਹਨਾਂ ਦੇ ਹੱਕ ਨੇ। ਸਹੀ ਗੱਲ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹਦੇ ਵਿੱਚ ਭਾਈ ਭਈ ਇਹ ਖੱਪ ਗ੍ਰੇਡ ਜਿੰਨਾ ਮਰਜ਼ੀ ਰੌਲਾ ਪਾਈ ਚੱਲਣ। ਨਹੀਂ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਕਿ ਕੋਈ ਸ਼ਿਕਾਇਤ ਕਰਦਾ ਤੇ ਇਹ ਕਿਉਂ ਮੱਚਦੇ ਹੈਗੇ ਸ਼ਿਕਾਇਤ, ਮਤਲਬ ਸ਼ਿਕਾਇਤ ਕਰਤਾ ਤੋਂ, ਕੰਪਲੇਂਟਰ ਤੋਂ ਇਹਨਾਂ ਨੂੰ ਇੰਨੀ ਸਾੜਾ ਕਿਉਂ ਹੈ? ਕਿਉਂਕਿ ਜਿਹੜਾ ਕ੍ਰਿਮੀਨਲ ਹੁੰਦਾ ਨਾ ਜੀ ਬਿਲਕੁਲ, ਜਿਹੜਾ ਕਾਨੂੰਨ ਤੋੜਨੇ ਵਾਲਾ ਹੁੰਦਾ ਉਹਨੂੰ ਸ਼ਿਕਾਇਤ ਤੋਂ ਪ੍ਰੋਬਲਮ ਹੁੰਦੀ ਹੈ। ਨਹੀਂ ਤਾਂ ਬਾਕੀ ਇਹਨੂੰ ਮਤਲਬ ਹੋਰ ਕਿਸੇ ਨੂੰ ਕਿਉਂ ਪ੍ਰੋਬਲਮ ਹੋ ਸਕਦੀ ਹੈਗੀ ਹੈ? ਜੇ ਕੋਈ ਬੰਦਾ ਸੱਚਾ ਆ ਉਹਦੇ ਬਾਰੇ ਕੋਈ ਸ਼ਿਕਾਇਤ ਕਰਦਾ ਉਹ ਕਹਿੰਦਾ ਕਰੀ ਜਾ ਭਰਾਵਾ, ਹੈ ਨਾ, ਜਿੰਨੀ ਵਾਰ ਕਰਨੀ ਕਰੀ ਜਾ ਵਾ। ਕਿ ਮਤਲਬ ਇਹਨਾਂ ਨੂੰ ਸ਼ਿਕਾਇਤ ਕਰਨ ਵਾਲਿਆਂ ਤੋਂ ਪਤਾ ਨਹੀਂ ਕਿਉਂ ਇੰਨੀ ਐਲਰਜੀ ਹੈਗੀ ਹੈ। ਤੇ ਬਿਲਕੁਲ ਭਾਜੀ ਉਹ ਤਾਂ ਗੱਲਾਂ ਸਾਨੂੰ ਸਾਰਿਆਂ ਨੂੰ ਵਿਚਾਰਨੀਆਂ ਚਾਹੀਦੀਆਂ ਕਿ ਅਸੀਂ ਤੁਸੀਂ ਸ਼ਿਕਾਇਤ ਕਰਨ ਵਾਲੀ ਤੇ ਇਹਨਾਂ ਦੀ ਐਲਰਜੀ ਦੀ ਗੱਲ ਕੀਤੀ ਆ ਵੀ ਜਦੋਂ ਤੇ ਸ਼ਿਕਾਇਤ ਦਾ ਫੈਸਲਾ ਇਹਨਾਂ ਦੇ ਖਿਲਾਫ ਜਾਂਦਾ ਆ ਉਦੋਂ ਕਹਿੰਦੇ ਵੀ ਸਿਸਟਮ ਬਹੁਤ ਗਲਤ ਆ, ਵੀ ਜੇ ਸਿਸਟਮ ਸਾਨੂੰ ਇੰਨੀ ਵੀ ਆਜ਼ਾਦੀ ਨਹੀਂ ਦਿੰਦਾ ਇਹੋ ਜਿਹੇ ਸਿਸਟਮ ਨੂੰ ਅਸੀਂ ਕੀ ਕਰਨਾ, ਅਸੀਂ ਰੇਡੀਓ ਬੰਦ ਕਰ ਦਾਂਗੇ, ਅਸੀਂ ਐਂ ਕਰ ਦਾਂਗੇ। ਤੇ ਜਦੋਂ ਜਿਹੜੀ ਸ਼ਿਕਾਇਤ ਆ ਇਹਨਾਂ ਦੇ ਹੱਕ 'ਚ ਚੱਲ ਜਾਂਦੀ ਉਦੋਂ ਕਹਿੰਦੇ ਵੀ ਸਿਸਟਮ ਇੱਥੇ ਦੇ ਬਹੁਤ ਵਧੀਆ ਸਵਰਗਾਂ ਵਰਗੇ ਮੁਲਕ ਆ, ਇਹ ਇੱਥੇ ਪੂਰਾ ਆਜ਼ਾਦੀ ਆ ਬੋਲਣੇ ਦੀ। ਤੇ ਜਦੋਂ ਸੋਚਣੇ ਵਾਲੀ ਗੱਲ ਦੂਜੀ ਇਹ ਵੀ ਆ ਵੀ ਜਿਹੜੀ ਆਜ਼ਾਦੀ ਦੇ ਵਿੱਚ ਤੁਸੀਂ ਬਕਵਾਸ ਕਰਦੇ ਆ ਭਾਈ ਭਈ ਜੇ ਉਹੋ ਹੀ ਸ਼ਬਦਾਵਲੀ ਜਿਹੜੀ ਆ ਤੁਹਾਡੇ ਬਾਰੇ ਬੋਲਣ ਲੱਗ ਪਏ ਲੋਕੀ, ਬਿਲਕੁਲ, ਉਦੋਂ ਤੁਸੀਂ ਕਿੱਥੇ ਜਾਣਾ ਹੈ? ਬਿਲਕੁਲ, ਕਿ ਤੁਸੀਂ ਉਹੋ ਹੀ ਆ ਵੀ ਹਾਂ ਠੀਕ ਆ ਵੀ ਚੱਕੜ ਦੇ ਵਿੱਚ ਸੂਰ ਬਣ ਕੇ ਅਸੀਂ ਰਹਿ ਰਹੇ ਹਾਂ। ਜੇ ਅਗਲੇ ਨੂੰ ਵੀ ਸੂਰ ਬਣਾ ਲਿਆ ਉਹ ਵੀ ਤੁਸੀਂ ਉਹਨੂੰ ਵੀ ਐਜ਼ ਆਪਣੀ ਜੇਤੀ ਸਮਝਦੇ ਆ। ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੁਹਾਡੀ ਘਰ ਵਾਲੀ ਨੂੰ, ਤੁਹਾਨੂੰ ਹੋਰ ਰਿਸ਼ਤੇਦਾਰਾਂ ਨੂੰ ਜਾਂ ਹੋਰਾਂ ਨੂੰ ਕੋਈ ਕੀ ਕਹਿ ਰਿਹਾ, ਉਹ ਤੁਹਾਡੇ ਲਈ ਸਭ ਕੁਝ ਜਿਹੜਾ ਆ ਵੀ ਉਹ ਜੇਤੀ ਆ। ਬਿਲਕੁਲ। ਸੋ ਇਹ ਮਤਲਬ ਵੀ ਇਹ ਉਸ ਘਟੀਆ ਪੱਧਰ ਦੇ ਉੱਤੇ ਜੀਣੇ ਵਾਲੇ ਇਹ ਬੰਦੇ ਨੇ। ਨਹੀਂ ਸਹੀ ਗੱਲ ਹੈ ਭਾਈ। ਉਹ ਤਾਂ ਮਤਲਬ ਗੱਲ ਉਹੀ ਆ ਜਾਂਦੀ ਹੈ ਨਾ ਕਿ ਭਾਈ ਜਦੋਂ ਇਹਨਾਂ ਦੇ ਹੱਕ 'ਚ ਫੈਸਲਾ ਆ ਜਾਂਦਾ ਆ, ਉਹ ਚਾਹੇ ਹੁਣ ਅਗਲੇ ਵਿਚਾਰੇ ਦੀ ਟੈਕਨੀਕਲ ਪ੍ਰੋਬਲਮ ਕਰਕੇ ਜਾਂ ਉਹ ਸਹੀ ਤਰ੍ਹਾਂ ਨਾਲ ਐਕਸਪ੍ਰੈਸ ਨਹੀਂ ਕਰ ਪਾਇਆ, ਉਹਦੀ ਪ੍ਰੋਬਲਮ ਕਰਕੇ ਫੈਸਲਾ ਇਹਨਾਂ ਦੇ ਹੱਕ 'ਚ ਚਲਾ ਗਿਆ, ਜਾਂ ਟਰਾਂਸਲੇਸ਼ਨਾਂ ਗਲਤ ਹੋਈਆਂ ਕਿਉਂਕਿ ਅਸੀਂ ਤਾਂ ਮਤਲਬ ਮੈਨੂੰ ਲੱਗਦਾ ਅਸੀਂ ਸੈਂਕੜੇ ਵਾਰ ਇੱਥੋਂ ਕਹਿ ਚੁੱਕੇ ਹਾਂ ਤੁਸੀਂ ਪੰਜਾਬੀ 'ਚ ਕਰਦੇ ਜਦੋਂ ਉਹਨੂੰ ਇੰਗਲਿਸ਼ 'ਚ ਬਕਵਾਸ ਕਰਕੇ ਦੱਸੋ। ਜਿਹੜਾ ਪ੍ਰੋਗਰਾਮ ਅੱਜ ਮਤਲਬ ਕਰਨਾ ਹੈ ਇਹਨਾਂ ਨੇ ਪ੍ਰੋਗਰਾਮ, ਤੇ ਪ੍ਰੋਗਰਾਮ ਜਿਹੜਾ ਇੰਗਲਿਸ਼ 'ਚ ਕਰਕੇ ਦੇਖਿਓ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਕਿਹੜੇ ਭਾਅ ਵਿਕਦੀ ਹੈਗੀ। ਤੁਸੀਂ ਬੋਲ ਕੇ ਤਾਂ ਦੇਖੋ। ਹੁਣ ਉਹ ਇਹਨਾਂ ਨੂੰ ਪਤਾ ਆ ਕਿ ਪੰਜਾਬੀ ਭਾਸ਼ਾ ਸੈਕਿੰਡ ਲੈਂਗੁਏਜ ਆ ਜਾਂਦੀ, ਜਦੋਂ ਤੁਸੀਂ ਟਰਾਂਸਲੇਟ ਕਰਨਾ ਆ ਕਿਤੇ ਨਾ ਕਿਤੇ ਤੁਸੀਂ ਉਸ ਸੈਂਸ ਨੂੰ ਲੂਜ਼ ਕਰ ਦੇਣਾ ਹੈਗਾ, ਗਵਾ ਦੇਣਾ ਹੈਗਾ ਜਿਹੜੀ। ਔਰ ਦੂਜੀ ਗੱਲ ਜਿਹੜੀ ਆਪਾਂ ਸੌਫਟ ਟਾਰਗੇਟ ਜਦੋਂ ਪੜ੍ਹਦੇ ਸੀ ਉਹਦੇ ਵਿੱਚ ਡਿਸਕਸ ਕੀਤੀ ਸੀ ਜੀ ਭਈ ਜਦੋਂ ਸਰਕਾਰੀ ਤੰਤਰ ਤੁਹਾਡੀ ਬੈਕ ਦੇ ਉੱਤੇ ਹੋਵੇ, ਤੁਹਾਡੀ ਪੁਸ਼ਤ ਪਨਾਹੀ ਕਰਦਾ ਹੋਵੇ, ਭਈ ਉਹ ਉੱਦਾਂ ਹੀ ਆ ਭਈ ਜਿੱਦਾਂ ਕੈਨੇਡਾ ਦੇ ਵਿੱਚ ਵੀ ਜਿਹੜਾ ਬੰਦਾ ਪ੍ਰੀਤਮ ਸਿੰਘ ਸੀ ਕੀ ਸੀ ਨਾਂ ਉਹਦਾ ਜੀ, ਸਮਰਾ ਜੀ, ਭਈ ਜਿਹੜਾ ਜੱਜ ਦੇ ਉੱਤੇ ਗੋਲੀ ਚਲਾ ਕੇ ਤੇ ਕਚਹਿਰੀ ਦੇ ਵਿੱਚ 2 ਬੰਦੇ ਮਾਰ ਕੇ ਕੈਨੇਡਾ ਦੇ ਵਿੱਚੋਂ ਗਾਇਬ ਵੀ ਹੋ ਗਿਆ, ਦੌੜ ਵੀ ਗਿਆ, ਸਭ ਕੁਝ ਵਾਪਸ ਇੰਡੀਆ ਜਾ ਕੇ ਬਹਿ ਵੀ ਗਿਆ ਆਰਾਮ ਨਾਲ, ਅਜੇ ਤੱਕ ਨਹੀਂ ਲੱਭਦਾ ਵੀ ਕਿੱਥੇ ਆ। ਭਈ ਉਹੋ ਜਿਹਾ ਜਿਹੜਾ ਸਰਕਾਰੀ ਤੰਤਰ ਭਾਈ ਤੁਹਾਡੀ ਪੁਸ਼ਤ ਪਨਾਹੀ ਕਰਦਾ, ਤੁਹਾਡੀ ਪਿੱਠ ਦੇ ਉੱਤੇ ਆ। ਤੇ ਤੁਸੀਂ ਜਿੰਨੀ ਮਰਜ਼ੀ ਬਕਵਾਸ ਕਰੋ, ਤੁਸੀਂ ਜੋ ਮਰਜ਼ੀ ਕਰੋ, ਜਿਹੜੇ ਅਜੇ ਤੱਕ ਤੁਸੀਂ ਬਚ ਰਹੇ ਆ ਨਾ ਉਹ ਉਹੋ ਹੀ ਆ ਭਈ ਜਿਹੜਾ ਤੰਤਰ ਆ ਭਈ ਇੰਡੀਆ ਦਾ, ਜਿਹਦੇ ਕਰਿੰਦੇ ਜਿਹੜੇ ਆ ਵੀ ਉਹ ਇਸ ਵੇਲੇ ਨਿਊਜ਼ੀਲੈਂਡ ਦੇ ਸਿਸਟਮ ਦੇ ਅੰਦਰ ਵੜ ਗਏ ਭਈ ਉਹਨਾਂ ਦੀ ਤੁਸੀਂ ਜਿੰਨੀ ਮਰਜ਼ੀ ਤੱਕ ਵੀ ਉਹਨਾਂ ਦੇ ਕਹਿ ਲਓ ਸਪੋਰਟ ਦੇ ਨਾਲ ਵੀ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝੀ ਚੱਲੋ, ਪਰ ਜਿੱਦਣ ਤੁਹਾਨੂੰ ਕਾਨੂੰਨ ਨੇ ਧਰਿਆ ਉਦਣ ਕਿਸੇ ਤੋਂ ਤੁਹਾਡਾ ਬਚਾਅ ਨਹੀਂ ਹੋਣਾ। ਮੈਂ ਵੀ ਉਹੀ ਕਹਿਣ ਲੱਗਾ, ਹਰੇਕ ਚੀਜ਼ ਦੀ ਮਿਆਦ ਹੁੰਦੀ ਹੈ, ਐਕਸਪਾਇਰੀ ਹੁੰਦੀ ਹੈ ਹਰੇਕ ਚੀਜ਼ ਦੀ। ਤਾਂ ਉਹ ਬਿਲਕੁਲ ਸਹੀ ਗੱਲ ਹੈ, ਜਦੋਂ ਕਾਨੂੰਨ ਨੇ ਧਰਿਆ ਫਿਰ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਹੈਗਾ। ਤੇ ਪ੍ਰੋਗਰਾਮ ਨੂੰ ਫਿਰ ਭਾਈ ਇੱਥੇ ਹੀ ਸੰਕੋਚੀਏ। ਤੇ ਬਾਕੀ ਆਪਾਂ ਬਾਰ-ਬਾਰ ਇੱਥੋਂ ਆਪਣੇ ਪ੍ਰੋਗਰਾਮਾਂ ਰਾਹੀਂ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਅਸੀਂ ਜਿੰਨਾ ਕੁ ਹੋ ਸਕਦਾ ਆ ਆਪਣਾ ਗਿਆਨ ਦਾ ਪੱਧਰ ਉੱਚਾ ਚੱਕੀਏ, ਜਿੰਨਾ ਕੁ ਹੋ ਸਕਦਾ ਅਸੀਂ ਆਪਣੇ ਆਪ ਸਟੱਡੀ ਕਰੀਏ, ਆਪਣੇ ਇਤਿਹਾਸ ਨੂੰ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਨੂੰ ਅਰਥਾਂ ਸਮੇਤ ਪੜ੍ਹੀਏ, ਵਿਚਾਰੀਏ ਅਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਅਤੇ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸੰਕੋਚਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।